चीफ मिनिस्टर साहब और एजुकेशन मिनिस्टर हरजोत बैंस ये रल के अंदर इस गल दे जशन मना रहे हैं कि देखो असीं कच्चे टीचर पक्के कर दिते आ। तो बाहर कैंटरां ते कोई शब्द वरत रहा सी कि बड़ियां बड़ियां फ्लैक्सां कैंटर भरे होया भी ला दिओ सारे पंजाब दे विच भी हुण असीं टीचरां दा बहुत भला करना। भाई साडे पिंड नशा वेच रहा फलाना टब्बर वेच रहा सानूं सबूत दिओ जी। यार इन्हां गल्लां दा सबूत हुंदा। नशे नूं रोकना स्टेट दी ते पुलिस दी जिम्मेवारी है। तुहानूं कंप्लेंट आ गई तुसीं उहदे ते अमल करो। तुहानूं लिखती कंप्लेंट आ गई है। एक रिपोर्ट आ रही है कि अपने देश 'ਚ 13 ਲੱਖ ਜਿਹੜੀਆਂ ਕੁੜੀਆਂ ਤੇ ਔਰਤਾਂ ਨੇ ਜਿਹੜੀਆਂ ਹੁਣ ਤੱਕ ਅਗਵਾ ਹੋ ਚੁੱਕੀਆਂ ਨੇ। ਪਤਾ ਨਹੀਂ ਕਿੱਥੇ ਨੇ ਉਹਨਾਂ ਦੀਆਂ ਜਿਹੜੀਆਂ ਸਭ ਤੋਂ ਸਟੇਟਾਂ ਦੀ ਲਿਸਟ ਵੀ ਦਿੱਤੀ। ਇਹ ਬੜੀ ਅਫਸੋਸ ਦੀ ਗੱਲ ਆ, ਬੜੀ ਚੌਂਕਾ ਦੇਣ ਵਾਲੀ ਖਬਰ ਹੈ ਕਿ ਏਡੀ ਵੱਡੀ ਗਿਣਤੀ 13.13 ਲੱਖ ਥੋੜੀਆਂ ਨਹੀਂ ਹੁੰਦੀਆਂ ਹੈ, ਉਹ ਵੀ 3 ਸਾਲਾਂ ਦੇ ਅੰਦਰ ਅੰਦਰ। ਇਹਦੇ ਬਾਰੇ ਤੇ ਸਰਕਾਰ ਹੀ ਕੁਛ ਨਾ ਕੁਛ ਉਹਨਾਂ ਨੂੰ ਹੱਲ ਕੱਢਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ ਤੇ ਅੱਜ ਫੇਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਅੱਜ ਦੇ ਜਿਹੜੇ ਮਸਲੇ ਨੇ ਉਹਨਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ ਪਿਛਲੇ ਕਈ ਦਿਨਾਂ ਤੋਂ ਜਿਹੜੇ ਅਧਿਆਪਕ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਆ ਤੇ ਦੂਜੇ ਪਾਸੇ ਆਪਾਂ ਦੇਖੀਏ ਕਿ ਜਿਹੜੇ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਅਸੀਂ ਬਹੁਤ ਜ਼ਿਆਦਾ ਨੌਕਰੀਆਂ ਦੇਵਾਂਗੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਤੇ ਅੱਜ ਖਬਰ ਆਈ ਹੈ ਕਿ ਕੁਝ ਜਿਹੜੇ ਅਧਿਆਪਕਾਂ ਨੂੰ ਉਹਨੇ ਪੱਕੇ ਕੀਤਾ। ਇਹਦੇ ਤੇ ਜ਼ਿਆਦਾਤਰ ਲੋਕ ਤੰਜ ਕੱਸ ਰਹੇ ਨੇ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਤੌਰ ਤੇ ਕੱਚੇ ਰਹਿਣ ਲਈ ਵਧਾਈਆਂ। ਪਰ ਇਹਦੇ ਪਿੱਛੇ ਮਾਮਲਾ ਕੀ ਆ? ਕੁਝ ਅਧਿਆਪਕਾਂ ਨੇ ਜਿਹੜੇ ਉਹ ਆਰਡਰ ਦਿੱਤੇ ਸੀ, ਇਹਨਾਂ ਨੇ ਸਿੱਖਿਆ ਮੰਤਰੀ ਵੀ ਮੌਜੂਦ ਸੀ ਉੱਥੇ, ਹੋਰ ਵੀ ਕਈ ਅਧਿਆਪਕਾਂ ਨੇ ਤਾਂ ਇਹ ਵੀ ਕਿਹਾ ਕਿ ਸਾਡੇ ਤਾਂ ਘਰ ਦੇ ਵਿੱਚ ਖੁਸ਼ੀ ਬਹੁਤ ਆ, ਜਦ ਕਿ ਕਈਆਂ ਨਾਲ ਆਪਾਂ ਗੱਲ ਕੀਤੀ ਕਿ 6000 ਤੋਂ 18000 ਸੈਲਰੀ ਕਰਤੀ। ਦੂਜੇ ਪਾਸੇ ਜਿਹੜੇ ਪੱਕੇ ਅਧਿਆਪਕ ਨੇ ਉਹਦੀ 60 70 ਰੁਪਏ ਸੈਲਰੀ ਆ। ਤੇ ਇਹ ਜਿਹੜੇ ਅਧਿਆਪਕ ਨੇ ਇਹਨਾਂ ਨੂੰ ਨਾ ਤਾਂ ਕੋਈ ਬੈਨੀਫਿਟ ਦੇਣੇ ਨੇ ਉਸ ਤਰੀਕੇ ਦੇ, ਇਹਨਾਂ ਵਾਸਤੇ ਜਿਹੜੇ ਸਰਵਿਸ ਰੂਲਸ ਨੇ ਪਹਿਲਾਂ ਵਾਲੇ ਜਿਹੜੇ ਸਰਵਿਸ ਰੂਲ ਸੀ ਉਹ ਵੀ ਲਾਗੂ ਨਹੀਂ ਹੋਣੇ, ਜਿਹੜੇ ਮੌਜੂਦਾ ਅਧਿਆਪਕਾਂ ਤੇ ਲਾਗੂ ਹੁੰਦੇ ਸੀ ਇਹਨਾਂ ਵਾਸਤੇ ਵੱਖਰੀ ਉਹ ਰੂਲ ਬਣਾਉਣਗੇ ਤੇ ਉਹਨਾਂ ਨੂੰ ਅਡਹੌਕ ਬੇਸ ਦੇ ਉੱਤੇ ਰੱਖਿਆ ਗਿਆ। ਪ੍ਰੋਫੈਸਰ ਸਾਹਿਬ ਇਹਦੇ ਪਿੱਛੇ ਮਾਮਲਾ ਕੀ ਆ? बस ये पक्के का मतलब ठीक है, जिवें तुसीं कहा कि पक्के तौर पर कच्चे वो उस किस्म का ही है। ये ठेके ते आ, मतलब तुसीं इंज कह लो इनू रैगूलर इंपलाई नहीं कहना चाहिए। ये सरकार वालों पक्के तौर पर ठेके ते मजदूर रख लिया टीचर, मतलब मजदूरां वांगू ਉਹਦੇ 'ਚ ਠੇਕਾ ਉਹਨਾਂ ਨੇ ਇਹ ਕਰ ਲਿਆ ਤਾਂ ਕਿਉਂਕਿ ਸਰਵਿਸ ਰੂਲਸ ਨਾਰਮਲ ਹੈ ਹੀ ਨਹੀਂ। ਬਿਲਕੁਲ ਜੀ। ਤੇ ਤੁਸੀਂ ਨਾਰਮਲ ਸਰਵਿਸ ਰੂਲਸ ਲਈ ਵੈਸੇ ਉਹ ਪੱਕੇ ਕਰ ਵੀ ਨਹੀਂ ਸਕਦੇ ਜੀ, ਫਿਰ ਉਹ ਸਾਰਾ ਪ੍ਰੋਸੈਸ ਦੁਬਾਰਾ ਸ਼ੁਰੂ ਕਰਨਾ, ਇਹ ਗਿਵ ਐਂਡ ਟੇਕ ਹੈਗਾ। ਬਹੁਤ ਸਾਰੇ ਟੀਚਰਾਂ ਨੂੰ ਇਹ ਪਤਾ ਲੱਗ ਗਿਆ ਕਿ ਜਾਂ ਤੇ ਇੰਜ ਹੀ ਰਵਾਂਗੇ, ਕਈਆਂ ਦੀਆਂ ਤੇ ਉਮਰਾਂ ਹੀ ਲੰਘ ਗਈਆਂ ਸੀ, ਬਹੁਤ ਐਡਵਾਂਸ ਚਲੇ ਗਏ ਸੀ, ਉਹ ਅਪਲਾਈ ਵੀ ਨਹੀਂ ਸੀ ਕਰ ਸਕਦੇ। ਉਹਨਾਂ ਨੇ ਇਹੀ ਕੌੜਾ ਕੁੱਟ ਕਰਕੇ ਕਿਹਾ ਕਿ ਚਲੋ ਜਿੰਨਾ ਕੁ ਹੁੰਦਾ ਉਨਾ ਹੀ ਸਹੀ। ਉਹ ਤੇ ਹੈਗੇ ਖੁਸ਼ ਜਿਹੜੇ ਅਜੇ ਕੈਰੀਅਰ ਦੇ ਵਿੱਚ ਜ਼ਿਆਦਾ ਹੋਪਫੁਲ ਸੀਗੇ, ਜਿਨ੍ਹਾਂ ਨੂੰ ਉਮੀਦ ਸੀ ਕਿ ਉਹ ਦੂਜਿਆਂ ਦੇ ਬਰਾਬਰ ਉਹ ਵੀ ਸਿਰ ਚੁੱਕ ਕੇ ਇੱਜ਼ਤ ਮਾਣ ਦੇ ਨਾਲ ਕਿ ਅਸੀਂ ਵੀ ਸਰਕਾਰੀ ਤੁਹਾਡੇ ਵਰਗੇ ਹੀ ਹੈਗੇ ਆ ਇੰਪਲਾਈ, ਉਹਨਾਂ ਨੂੰ ਜਿਹਨੂੰ ਇਹ ਬੇਉਮੀਦਗੀ ਜਾਣੀ, ਉਹਨਾਂ ਦੀ ਉਮੀਦਾਂ 'ਤੇ ਪਾਣੀ ਫਿਰਿਆ ਤਾਂ ਉਹ ਕਾਫੀ ਇਸ ਗੱਲੋਂ ਫਰਸਟ੍ਰੇਟ ਵੀ ਹੈ, ਦੁਖੀ ਵੀ ਹੈ। ਕਈਆਂ ਨੇ ਤਾਂ ਵੀਡੀਓ ਬਣਾ ਕੇ ਪਾਈਆਂ। ਕੱਲ੍ਹ ਇੱਕ ਟੀਚਰ ਸੀਗਾ, ਉਹ ਲੰਬੀ ਲਿਸਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਇਹ ਕੰਡੀਸ਼ਨ ਆਇਆ ਕਿ ਕਿਹੜਾ ਚੀਜ਼ਾਂ ਰੈਗੂਲਰ ਮਜ਼ਦੂਰ ਟੀਚਰਾਂ ਵਾਂਗੂ ਉਹਨਾਂ ਨੂੰ ਨਹੀਂ ਮਿਲਣਗੀਆਂ ਜੀ, ਯਾਨੀ ਐਕਚੁਅਲੀ ਇਹ ਠੇਕੇ ਦੇ ਹੀ ਮਜ਼ਦੂਰ ਹੋਣਗੇ ਜੀ। ਸੌਰੀ, ਫਿਰ ਮਜ਼ਦੂਰ ਹੀ ਨਿਕਲ ਜਾਂਦਾ ਕਿਉਂਕਿ ਮਜ਼ਦੂਰ ਹੀ ਠੇਕੇ ਤੇ ਹੁੰਦੇ ਆ, ਕਿਉਂਕਿ ਡੇਲੀ ਵੇਜ ਨਾਲੋਂ ਵੀ ਘੱਟ ਸੈਲਰੀ ਹੈ ਨਾ ਜੀ। ਇਹੀ ਹਾਲਤ ਹੈ, ਮਾੜੀ ਹਾਲਤ ਆ। ਉਸ ਕਰਕੇ ਇਹ ਟੀਚਰ ਜਿਹੜੇ ਆ ਇਹਨਾਂ ਨੂੰ ਇੱਕ ਚੰਗੀ ਗੱਲ ਮੈਨੂੰ ਮਾੜੀ ਜਿਹੀ ਉਮੀਦ ਜ਼ਰੂਰ ਲੱਗਦੀ ਕਿ 5% ਹਰ ਸਾਲ ਵਧਾ ਦਿਆ ਕਰਨਗੇ, ਯਾਨੀ ਜਿਹਦੀ 20000 ਸੈਲਰੀ ਹੈ ਤੇ 5% ਦੇ ਨਾਲ 1000 ਰੁਪਈਆ ਉਹਦਾ ਅਗਲੇ ਸਾਲ 21 ਹੋ ਜੂ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਰਿੜਦਿਆਂ ਰਣਾਉਂਦਿਆਂ ਥੋੜ੍ਹਾ ਬਹੁਤ ਹੋ ਜੂ। ਪਰ ਇਨ ਦਾ ਮੀਨ ਵਾਈਲ ਇਹਨਾਂ ਦੀ ਦੁੱਖ ਦੀ ਗੱਲ ਇਹ ਹੋਊਗੀ, ਦੁੱਖ ਦੀ ਰਗ ਜਿਹੜੀ ਹੋਊਗੀ ਉਹ ਇਹ ਹੋਊਗੀ ਕਿ ਜਿਹੜੇ ਉਹਨਾਂ ਦੇ ਬਰਾਬਰ ਦੇ ਬਾਕੀ ਰੈਗੂਲਰ ਸੱਚੀ ਮੁੱਚੀ ਪੱਕੇ ਟੀਚਰ ਹੋਣਗੇ ਜੀ, ਉਹਨਾਂ ਦੀ ਤਨਖਾਹ ਇਹਨਾਂ ਨਾਲੋਂ ਦੁੱਗਣੀ ਤਿੱਗਣੀ, ਕਈਆਂ ਦੀ 3.5 ਗੁਣਾ ਵੀ ਹੋ ਸਕਦੀ ਹੈ। ਕੰਮ ਬਰਾਬਰ ਦਾ ਹੋਊਗਾ। तो ਉਹਦੇ ਕਰਕੇ ਇਹਨਾਂ ਨੂੰ ਇਸ ਗੱਲ ਦੀ ਬੜੀ ਹਮੇਸ਼ਾ ਇੱਕ ਹੀਣ ਭਾਵਨਾ ਰਹੂਗੀ ਕਿ ਯਾਰ ਨਾ ਤੇ ਸਾਨੂੰ ਉਸ ਤਰੀਕੇ ਦਾ ਜਿਸ ਤਰ੍ਹਾਂ ਹੁਣ LTC ਹੈ, ਪੈਨਸ਼ਨ ਹੈ, ਹੋਰ ਕਿੰਨਾ ਕੁਝ ਸਰਕਾਰੀ ਨੂੰ ਮੈਡੀਕਲ ਹੁੰਦਾ, ਹੋਰ ਸਾਰਾ ਕੁਝ ਬਹੁਤ ਕੁਝ ਹੁੰਦਾ। ਉਹ ਕਿਉਂਕਿ ਇਹ ਰੈਗੂਲਰ ਟੀਚਰ ਨਹੀਂ ਹੈ, ਪੱਕੇ ਹੈਗੇ ਵੀ ਇਹਨਾਂ ਨੂੰ ਕੋਈ ਕੱਢ ਨਹੀਂ ਸਕਦਾ, ਪਰ ਰਹਿਣਗੇ ਇਹ ਠੇਕੇ ਦੇ ਮਜ਼ਦੂਰਾਂ ਵਾਂਗੂ ਹੀ। ਔਰ ਇਸ ਲਈ ਇਹ ਇੱਕ ਦੁਖਦਾਈ ਗੱਲ ਕਹੀ ਜਾ ਸਕਦੀ ਹੈ।
ਪਰ ਇੰਜ ਕਹਿ ਲਓ ਕਿ ਹੁਣ ਜਦ ਕੋਈ ਰਾਹ ਨਿਕਲੇ ਹੀ ਨਾ ਕਿ ਇਹਨਾਂ ਦਾ ਪੱਕੇ ਹੋਣ ਦਾ ਵੀ ਦੁਬਾਰਾ ਮੁੱਢੋਂ ਛੁੱਟੋ ਸਿਸਟਮ ਸ਼ੁਰੂ ਕਰਨ ਵਾਲਾ ਹੋਵੇ ਜਾਂ ਦੁਬਾਰਾ ਉਹ ਰੂਲਸ, ਉਦੋਂ ਤੱਕ 10-10 ਸਾਲ ਜਿਨ੍ਹਾਂ ਨੇ ਨੌਕਰੀਆਂ ਕੀਤੀਆਂ ਉਹਨਾਂ ਲਈ ਬੜਾ ਔਖਾ। ਤੇ 13,500 ਲੋਕਾਂ ਨੂੰ ਉਹਨਾਂ ਨੇ ਪੱਕੀਆਂ ਵਾਲੀਆਂ ਚਿੱਠੀਆਂ ਦੇ ਦਿੱਤੀਆਂ, ਜਿਹੜੇ ਇਸ ਗੱਲ ਨੂੰ ਟੀਚਰ ਜਿਹੜੇ ਥੋੜ੍ਹੇ ਜਿਹੇ ਜ਼ਿਆਦਾ ਉਮੀਦ ਵਾਲੇ ਸੀ, ਜਿਨ੍ਹਾਂ ਦੀਆਂ ਕੁਆਲੀਫਿਕੇਸ਼ਨ ਵੀ ਠੀਕ ਆ, ਜਿਨ੍ਹਾਂ ਦੀਆਂ ਹਰ ਕਿਸਮ ਦੀਆਂ ਸਰਵਿਸ ਕੰਡੀਸ਼ਨ ਨੂੰ ਉਹ ਚੰਗੇ ਤਰੀਕੇ ਨਾਲ ਨਿਭਾ ਸਕਦੇ, ਉਹ ਬੜੇ ਗੁੱਸੇ 'ਚ ਆ, ਰੋਸ ਵਿੱਚ ਆ। ਉਹਨਾਂ ਦੇ ਕੱਲ੍ਹ ਚਿੱਠੀਆਂ ਦਾ, ਜਿਹਨੂੰ ਅੰਗਰੇਜ਼ੀ ਬੋਨ ਫਾਇਰ ਕਹਿੰਦੇ, ਉਹਨਾਂ ਨੇ ਜੜਾਈਆਂ ਕਿ ਆਹ ਚੱਕੋ ਆਪਣੀਆਂ ਚਿੱਠੀਆਂ ਪੱਕੀਆਂ ਵਾਲੀਆਂ, ਸਾਨੂੰ ਨਹੀਂ ਚਾਹੀਦੀਆਂ। ਦੂਜੇ ਪਾਸੇ ਉਹ ਜਿਹੜੇ ਟੈਂਕੀ ਤੇ ਬੈਠੇ ਉਹਨਾਂ ਨੂੰ ਇੰਦਰਜੀਤ ਸਿੰਘ ਹੁਣੀ, ਉਹਨਾਂ ਨੂੰ 48 ਦਿਨ ਹੋ ਗਏ ਆ, ਉਹ ਮੋਰਚਾ ਉਹੋ ਹੀ ਕਿ ਸਾਡੀ ਆਵਾਜ਼ ਵੀ ਸੁਣੋ, ਉਹ ਵੀ ਇਹੋ ਹੀ ਪੱਕੇ ਹੋਣ ਵਾਲੇ ਟੀਚਰ ਜਿਹੜੇ ਇੱਧਰ ਉੱਧਰ ਠੇਕੇ 'ਤੇ ਰੱਖੇ ਆ ਉਹ ਲੱਗੇ ਹੋਏ ਆ। ਇਹ ਕੁਛ ਤੇ ਚਲੋ ਇੰਜ ਕਹਿ ਲਓ ਕਿ ਰਾਹਤ ਮਿਲੀ ਹੈ ਜ਼ਰੂਰ ਟੀਚਰਾਂ ਨੂੰ, ਪਰ ਜੋ ਉਹ ਉਮੀਦ ਲਾਈ ਬੈਠੇ ਸੀ ਉਹ ਅਜੇ ਬਹੁਤ ਦੂਰ ਹੈ, ਉਹਦਾ ਕੁਝ ਹਿੱਸਾ ਹੀ ਪੂਰਾ ਹੋਇਆ ਐਸ ਹੋਣ ਵਾਲੇ ਐਲਾਨ। ਦੂਜੇ ਪਾਸੇ ਜਿਹੜੇ ਟੀਚਰ ਆ ਨਾ, ਉਹਨਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਇਹ ਜਦੋਂ ਇਹੋ ਜਿਹਾ ਪੱਕੇ ਵਾਲੀ ਗੱਲ ਕਰਦੇ ਆ ਤੇ ਉਹ ਕਹਿ ਰਹੇ ਕਿ ਅੰਦਰ ਇਹ ਚਿੱਠੀਆਂ ਵੰਡੀਆਂ ਜਾ ਰਹੀਆਂ, ਜਾਂ ਅੰਦਰ ਜਦੋਂ ਕੋਈ ਸਭਾ ਚੱਲ ਰਹੀ ਹੈ ਇਹੋ ਜਿਹੀ ਖੁਸ਼ੀਆਂ ਦੀ, ਮਤਲਬ ਚੀਫ ਮਿਨਿਸਟਰ ਸਾਹਿਬ ਔਰ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਇਹ ਰਲ ਕੇ ਅੰਦਰ ਇਸ ਗੱਲ ਦੇ ਜਸ਼ਨ ਮਨਾ ਰਹੇ ਆ ਕਿ ਦੇਖੋ ਅਸੀਂ ਕੱਚੇ ਟੀਚਰ ਪੱਕੇ ਕਰ ਦਿੱਤੇ ਆ, ਤਾਂ ਬਾਹਰ ਕੈਂਟਰਾਂ 'ਤੇ ਕੋਈ ਸ਼ਬਦ ਵਰਤ ਰਿਹਾ ਸੀ ਕਿ ਬੜੀਆਂ ਫਲੈਕਸਾਂ ਕੈਂਟਰ ਭਰੇ ਹੋਇਆ ਵੀ ਲਾ ਦਿਓ ਸਾਰੇ ਪੰਜਾਬ ਦੇ ਵਿੱਚ ਵੀ ਹੁਣ ਅਸੀਂ ਟੀਚਰਾਂ ਦਾ ਬਹੁਤ ਭਲਾ ਕਰਤਾ। ਜਾਣੀ ਉਹਦੀ ਜਿਹੜੀ ਹੁਣ ਵਿਕਰੀ ਕਿਵੇਂ ਕਰਨੀ ਉਸ ਆਈਡੀਆ ਦਾ, ਕਮਰਸ਼ੀਅਲ ਫਾਇਦਾ ਕਿਵੇਂ ਲੈਣਾ, ਤਾਂ ਉਸ ਲਈ ਇਹ ਕਰ ਰਹੇ ਆ ਕਿ ਇਹਨਾਂ ਨੇ ਟੀਚਰਾਂ ਨੇ ਜਿਹੜੇ ਗੁੱਸੇ 'ਚ ਟੀਚਰ ਆ ਉਹਨਾਂ ਨੇ ਫੈਸਲਾ ਇਹ ਕੀਤਾ ਕਿ ਐਤਕੀ ਇਹਨਾਂ ਨੂੰ ਫਲੈਕਸਾਂ ਲਾ ਲੈਣ ਦਿਓ, ਸਹੀ ਅਸੀਂ ਪੱਟ ਕੇ ਥੱਲੇ ਸੁੱਟ ਦੇਣੀਆਂ ਇਹਨਾਂ ਦਾ। ਇਹ ਗੱਲੋਂ ਤੇ ਅਸੀਂ ਜਿਹੜੀ ਇਹਨਾਂ ਨੇ ਰੋਜ਼ ਦਾ ਇੱਕ ਕੰਮ ਫੜ ਲਿਆ ਕਿ ਇਹ ਕਹਿੰਦੇ ਕਿ ਤੀਜੀ ਵਾਰੀ ਪੱਕੇ ਕੀਤੇ ਆ, ਤੀਜੀ ਵਾਰੀ ਫੰਕਸ਼ਨ ਆ, ਤੇ ਜਦੋਂ ਅਖੀਰਲੇ ਚਿੱਠੀਆਂ ਦੇ ਹੀ ਦਿੱਤੀਆਂ ਤੀਜੀ ਵਾਰੀ ਪੱਕੇ ਕਰਕੇ, ਤੇ ਤੀਜੀ ਵਾਰੀ ਹੁਣ ਇਹ ਫਲੈਕਸਾਂ ਲੱਗਣੀਆਂ, ਜਿਹੜੇ ਵੱਡੇ ਬਿਲ ਬੋਰਡ ਲੱਗਣੇ ਆ, ਉਹਦੇ ਤੇ ਜਿਹੜੇ ਟੀਚਰ ਆ ਇੱਕ ਹਿੱਸਾ ਉਹਨਾਂ ਦਾ ਸੋਚ ਰਿਹਾ ਵੀ ਚੰਗਾ ਐਤਕੀ ਲਾਓ, ਫਿਰ ਅਸੀਂ ਤੁਹਾਨੂੰ ਮੱਤ ਸਿਖਾਉਂਦੇ ਹਾਂ। ਜੀ ਪ੍ਰੋਫੈਸਰ, ਇਸ ਤੋਂ ਇਲਾਵਾ ਆਪਾਂ ਦੇਖੀਏ ਨਸ਼ਿਆਂ ਦੇ ਬਾਰੇ ਅਗਰ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਪਰਵਿੰਦਰ ਸਿੰਘ ਝੋਟਾ ਨਾਮ ਦਾ ਵਿਅਕਤੀ ਸੀ, ਉਹ ਖੁਦ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਸੀ ਤੇ ਕੁਛ ਜਾ ਕੇ ਉਹ ਐਜ਼ ਐਕਟਿਵਿਜ਼ਮ ਕਰਦਾ ਸੀ। ਕਈ ਵਾਰ ਕਈ ਨਸ਼ੇੜੀ ਜਿਹੜੇ ਹੁੰਦੇ ਸੀ ਉਹਨਾਂ ਨੂੰ ਹਟਾਉਂਦਾ ਵੀ ਸੀ, ਉਸਨੂੰ ਪੁਲਿਸ ਨੇ ਫੜ ਲਿਆ ਸੀ। ਇਸ ਤੋਂ ਇਲਾਵਾ ਆਪਾਂ ਦੇਖੀਏ ਅੱਜ ਇੱਕ ਖਬਰ ਆਈ ਹੈ ਕਿ ਇੱਕ ਪੁਲਿਸ ਜਿਹੜਾ ਪਰਸੋਨਲ ਪੁਲਿਸ ਆਫੀਸਰ ਆ, ਉਹਦਾ ਆਪਣਾ ਖੁਦ ਦਾ ਬੇਟਾ ਵੀ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਨਾਮਜ਼ਦ ਹੋਇਆ, ਉਹਨੂੰ ਵੀ ਫੜਿਆ ਗਿਆ। ਤੇ ਜਿਹੜੀ ਉਹ ਮਾਨਸੇ ਵਿੱਚ ਹੁਣ ਜਾ ਕੇ ਰੈਲੀਆਂ ਚੱਲ ਰਹੀਆਂ ਨੇ, ਉਹਦੀ ਇੱਕ ਪੋਲੀਟੀਕਲ ਮੂਵਮੈਂਟ ਆ ਪੰਜਾਬ ਦੇ ਵਿੱਚ। ਆਪਾਂ ਪਹਿਲਾਂ ਦੇਖੀਏ ਪੰਜਾਬ 'ਚ ਪਹਿਲਾਂ ਵੀ ਮੂਵਮੈਂਟ ਸੀ, ਪਹਿਲਾਂ ਕੁਝ ਇਹੋ ਜਿਹੇ ਲੋਕ ਸੀ ਜਿਹੜੇ ਨਸ਼ੇ ਦੇ ਖਿਲਾਫ ਕਾਲਾ ਹਫ਼ਤਾ ਮਨਾਉਂਦੇ ਸੀ, ਅੱਜ ਕੱਲ੍ਹ ਉਹ ਪੰਜਾਬ ਸਰਕਾਰ ਦੇ ਨਾਲ ਰਲ ਕੇ ਚੱਲ ਰਹੇ ਨੇ। ਤੇ ਪਰ ਉਹ ਉਸ ਤੋਂ ਇਲਾਵਾ ਹੁਣ ਜਦੋਂ ਸਰਕਾਰ ਆ ਗਈ ਉਹਨਾਂ ਦੀ, ਫਿਰ ਉਹਨਾਂ ਦਾ ਜਿਹੜਾ ਕਾਲੇ ਹਫ਼ਤੇ ਵਾਲੀ ਆ ਉਹ ਖਤਮ ਹੋ ਗਿਆ ਤੇ ਹੁਣ ਜਿਹੜੇ ਲੋਕ ਨੇ ਉਹ ਖੁਦ ਸੜਕਾਂ 'ਤੇ ਉਤਰੇ ਨੇ। ਇਹਦੇ ਪਿੱਛੇ ਇੱਕ ਤਾਂ ਚੰਗੀ ਖਬਰ ਇਹ ਆ ਕਿ ਲੋਕ ਖੁਦ ਜਾਗਰੂਕ ਹੋਏ ਨੇ। ਕਈ ਜ਼ਿਲ੍ਹਿਆਂ ਦੇ ਵਿੱਚ, ਜਿਵੇਂ ਸੰਗਰੂਰ ਦੇ ਵਿੱਚ ਹੋ ਗਿਆ, ਕਈ ਪਾਸੇ ਲੋਕਾਂ ਨੇ ਬਾਈਕਾਟ ਕੀਤਾ। ਤੇ ਪ੍ਰੋਫੈਸਰ ਸਾਹਿਬ, ਉਹਦੀ ਸਥਿਤੀ ਹੁਣ ਮੌਜੂਦਾ ਕੀ ਹੈ? ਸਿਰਫ ਮਾਲਵੇ ਦੇ ਵਿੱਚ ਹੀ ਹੈ ਜਾਂ ਫਿਰ ਪੂਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ? ਨਹੀਂ, ਇਹ ਬਹੁਤ ਚੰਗੀ ਗੱਲ ਹੋਈ ਹੈ। ਇੱਕ ਨਵਾਂ ਮੋੜ ਆਇਆ ਉਸ ਸਾਰੀ ਚੇਤਨਾ 'ਚ ਵੀ ਤੇ ਲੋਕਾਂ ਦੀ ਸਮਝ ਵਿੱਚ ਵੀ ਕਿ ਦੇਖੋ ਇਹ ਜਦ ਤੱਕ ਅਸੀਂ ਬੀੜਾ ਆਪ ਨਾ ਚੁੱਕਿਆ, ਜਨਤਾ ਜਨਾਰਦਨ ਨੇ ਨਾ ਚੁੱਕਿਆ, ਜਾਣੀ ਜਿਹੜੇ ਜੈਨੂਅਨ ਪੋਲੀਟੀਕਲ ਲੀਡਰ ਹੈਗੇ ਆ, ਕਈ ਤੇ ਹੈਗੇ ਨੇ ਜਿਹੜੇ ਦਿਲੋਂ ਚਾਹੁੰਦੇ ਵੀ ਆ ਉਹਨਾਂ ਦੇ, ਕਿਉਂਕਿ ਆਪਣੇ ਬੱਚੇ ਵੀ ਇਹਦੇ ਵਿਕਟਮ ਬਣ ਸਕਦੇ ਆ। ਜਦੋਂ ਪਾਣੀ ਗੰਦਾ ਆਊਗਾ, ਇਹ ਥੋੜੀ ਕਿ ਕੋਈ ਮੱਛੀ ਨੂੰ ਚੰਗਾ ਸਾਹ ਆਊਗਾ ਤੇ ਕੁਝ ਮੱਛੀ ਨੂੰ ਮਾੜਾ ਸਾਹ ਆਊਗਾ, ਉਹ ਤੇ ਸਾਰੀਆਂ ਮੱਛੀਆਂ ਨੂੰ ਮਾੜਾ ਸਾਹ ਆਊਗਾ। ਜਦੋਂ ਸਮਾਜ ਇੰਨਾ ਗਰਕ ਜਾਊਗਾ ਜਿਹਦੇ ਵਿੱਚ ਜਗ੍ਹਾ 'ਤੇ ਸਕੂਲਾਂ 'ਚ ਭੇਜਿਆ ਬੱਚਿਆਂ ਦੀ ਨਹੀਂ ਸਾਨੂੰ ਪਤਾ ਕਿ ਉੱਥੇ ਉਹ ਨਸ਼ੇ ਲੈ ਕੇ ਆਉਣਗੇ ਕਿ ਉੱਥੇ ਪੜ੍ਹਾਈ ਕਰਕੇ ਆਉਣਗੇ, ਜਾਂ ਹੋਰ ਕਾਲਜਾਂ 'ਚ ਨਹੀਂ ਸਾਨੂੰ ਪਤਾ ਕਿ ਘਰ ਆਉਣਗੇ ਕਿ ਉੱਥੇ ਹੀ ਗਾਂ ਕਿਤੇ ਟੀਕਾ ਲਾ ਕੇ ਪਏ ਹੋਣਗੇ। ਇਹ ਤੇ ਸਾਰਿਆਂ ਲਈ ਇੱਕ ਚੁਣੌਤੀ ਹੈ ਨਾ। ਰਾਜਨੀਤਿਕ ਤੁਸੀਂ ਹੋ ਜਾਂ ਆਮ ਸ਼ਹਿਰੀ ਹੋ ਜਾਂ ਤੁਸੀਂ ਕਰਮਚਾਰੀ ਹੋ ਜਾਂ ਕਿਸਾਨ ਹੋ ਜਾਂ ਮਜ਼ਦੂਰ ਹੋ, ਇਹ ਤੇ ਪੂਰੇ ਸਮਾਜ ਨੂੰ ਸੋਚਣਾ ਪਊਗਾ। ਤੇ ਇਸ ਲਈ ਗੁਰਦੀਪ, ਇਹ ਚੰਗੀ ਗੱਲ ਹੈ ਕਿ ਹੁਣ ਵੱਡੇ ਪੱਧਰ ਦੇ ਉੱਤੇ ਬਹੁਤ ਸਾਰੇ ਕਿਸਾਨ ਤੇ ਰਾਜਨੀਤਿਕ ਲੀਡਰ ਇਸ ਮੁਹਿੰਮ 'ਚ ਸ਼ਾਮਲ ਹੋ ਰਹੇ ਆ। ਮੈਂ ਇੱਥੇ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਪਰਵਿੰਦਰ ਸਿੰਘ ਝੋਟਾ ਜੀ, ਉਸ ਨੇ ਜਿਵੇਂ ਇਨੀਸ਼ੀਏਟਿਵ ਲਿਆ, ਹਾਲਾਂਕਿ ਚਲੋ ਉਹਦਾ ਆਪਣੇ ਤਰੀਕੇ ਦੇ ਨਾਲ ਆ, ਬੜਾ ਥੋੜਾ
ਤਰੀਕੇ ਤਾਲੀਬਾਨ ਤੇ ਨਹੀਂ ਕਹਿਣਾ ਚਾਹੀਦਾ, ਪਰ ਐਟੀਟਿਊਡ ਉਹੀ ਹੈ ਜੀ, ਤੌਰ ਤਰੀਕੇ ਇਹੋ ਹੀ ਆ। ਓਏ ਤੂੰ ਕੌਣ ਆ, ਮਾਰੋ ਦੋ ਥੱਪੜੇ ਨੂੰ, ਮੈਂ ਮਨਾਵਾਂ, ਤੂੰ ਕਿਵੇਂ ਨਹੀਂ ਹੁੰਦਾ। ਇਹੋ ਜਿਹੇ ਜਿਹੜਾ ਨਾ ਗੜ ਕੇ ਘਰ ਘਰ ਜਾ ਕੇ ਤੁਸੀਂ ਇਸ ਤਰੀਕੇ ਨਾਲ ਕਰਨਾ, ਇਹਦੇ ਨਾਲ ਤੁਸੀਂ ਆਪਣੀ ਵਾਹਵਾਹੀ ਤੇ ਖੱਟ ਸਕਦੇ ਆ, ਪਰ ਜੋ ਵਿਕਟਿਮ ਆਲਰੇਡੀ ਪੀੜਿਤ ਆ ਉਹਨਾਂ ਨੂੰ ਤੁਸੀਂ ਉਹਨਾਂ ਚੀਜ਼ਾਂ ਤੋਂ, ਕਾਰੋਬਾਰ ਤੋਂ ਹਟਾ ਨਹੀਂ ਸਕਦੇ। ਇਸ ਲਈ ਮੈਨੂੰ ਇੰਝ ਲੱਗਦਾ ਗੁਰਦੀਪ, ਇੱਕ ਤੇ ਉਹਨੂੰ ਦੋਹਰੇ ਫੜ ਲਿਆ, ਮੇਰਾ ਖਿਆਲ 2 ਵਾਰੀ ਪੁਲਿਸ ਦੇ ਨਾਲ ਉਹ ਸਿੱਧਾ ਸਿੱਧਾ ਪੇਚਾ ਪੈ ਚੁੱਕਾ, ਤੇ ਪਤਾ ਨਹੀਂ ਹੁਣ ਪੁਲਿਸ ਇੰਨੀ ਕਿਉਂ ਸੀਰੀਅਸ ਆ ਝੋਟੇ ਦੇ ਕੇਸ ਦੇ ਉੱਤੇ। ਸੀਰੀਅਸ ਤੇ ਉਹਨਾਂ ਨੂੰ ਹੋਣਾ ਚਾਹੀਦਾ ਸਮਗਲਰਾਂ ਤੇ ਤਸਕਰਾਂ ਦੇ ਵਿਰੁੱਧ, ਉਹ ਸੀਰੀਅਸ ਇਹਦੇ ਤੇ ਹੋ ਗਏ ਆ। ਇਸੇ ਕਰਕੇ ਉਹਦਾ ਪਰਿਵਾਰ ਜਿਹੜਾ ਪ੍ਰਵਿੰਦਰ ਸਿੰਘ ਝੋਟੇ ਦਾ ਔਰ ਹੋਰ ਸਾਰੇ ਸੋਸ਼ਲ ਐਕਟਿਵਿਸਟ, ਉਹ ਡਿਸਟ੍ਰਿਕਟ ਮਾਨਸਾ ਦੇ ਜਿਹੜੇ ਸਾਹਮਣੇ ਜਿਹੜੀ ਸੈਕਟਰੀਏਟ ਡਿਸਟ੍ਰਿਕਟ ਦੀ ਹੁੰਦੀ ਉੱਥੇ ਬੈਠੇ ਧਰਨਾ ਦੇ ਕੇ ਪੱਕਾ। ਤੇ ਚੰਗੀ ਗੱਲ ਇਹ ਹੈ ਕਿ ਹੁਣ ਉੱਥੇ ਵੱਡੇ ਪੱਧਰ ਤੇ ਕਿਸਾਨ ਲੀਡਰ ਦੇਖੋ ਜੀ ਕੌਣ ਕੌਣ ਗਿਆ। ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਮੌਜੂਦਾ ਸੰਗਰੂਰ ਦੇ ਉੱਥੇ ਉਸ ਏਰੀਏ ਦੇ MP ਹੈਗੇ ਆ, ਸਾਂਸਦ ਹੈਗੇ ਆ, ਉਹ ਗਏ। ਇਸੇ ਤਰੀਕੇ ਨਾਲ ਡਾਕਟਰ ਦਰਸ਼ਨਪਾਲ ਜਿਹੜੇ ਸੰਯੁਕਤ ਕਿਸਾਨ ਮੋਰਚੇ SKM ਦੇ ਕਰਤੇ ਧਰਤੇ ਜਾਨੀ ਲੀਡਰ ਕਨਵੀਨਰ ਹੈਗੇ ਆ। ਇਸੇ ਤਰੀਕੇ ਨਾਲ ਰੁਲਦੂ ਸਿੰਘ ਮਾਨਸਾ, ਫਿਰ ਹੋਰ ਜਿਹੜੇ ਕਈ ਕਿਸਾਨ ਲੀਡਰ, ਮੈਨੂੰ ਉਹਨਾਂ ਦਾ ਨਾਂ ਹੁਣ ਆ ਨਹੀਂ ਰਿਹਾ ਖਿਆਲ, ਕਾਲੀ ਗਾਲੀ, ਉਹ ਗਏ। ਇੱਥੋਂ ਤੱਕ ਕਿ ਨਾਜਰ ਸਿੰਘ ਮਨਸਾਈਆ ਤੇ ਹੋਰ MLA ਉੱਥੇ ਗਏ, ਸੁਖਪਾਲ ਸਿੰਘ ਖਹਿਰਾ ਉੱਥੇ ਗਿਆ। ਇਸੇ ਤਰੀਕੇ ਨਾਲ ਸੁਖਪਾਲ ਸਿੰਘ ਖਹਿਰੇ ਤੋਂ ਇਲਾਵਾ ਇਹ ਆਪਣੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਹੈਗੇ ਰਾਜਾ ਵੜਿੰਗ, ਉਹ ਬੋਲ ਕੇ ਆਏ। ਹੁਣ ਇਹ ਦੇਖੋ, ਇੱਕ ਜੇ ਕਾਂਗਰਸ ਦੇ ਲੀਡਰ ਜਾ ਕੇ ਬੋਲ ਕੇ ਆਉਂਦੇ ਆ ਔਰ ਇੱਥੇ ਦੂਸਰੇ ਲੀਡਰ ਸਾਰੇ ਬੋਲ ਕੇ ਆਉਂਦੇ ਆ, ਇਹ ਸਾਂਸਦ ਬੋਲ ਕੇ ਆਉਂਦਾ, ਕਿਸਾਨ ਲੀਡਰ ਬੋਲ ਕੇ ਆਉਂਦੇ ਆ, ਹੋਰ ਉਹਨਾਂ ਦੇ ਆਪਣੇ ਐਕਟਿਵਿਸਟ ਬਹੁਤ ਬੋਲੇ ਆ। ਇਹ ਮੈਂ ਥੋੜ੍ਹੇ ਜਿਹੇ ਨਾਂ ਲੈ ਰਿਹਾ ਕਿ ਇਸ ਪੱਧਰ ਦੀ ਮੂਵਮੈਂਟ ਜਿਹੜੀ ਹੈ ਉਹ ਹੁਣ ਬਣੂਗੀ। ਉਹਨਾਂ ਨੇ ਫੈਸਲਾ ਕੀ ਲਿਆ? ਫੈਸਲਾ ਇਹ ਲਿਆ ਕਿ ਜਦ ਤੱਕ ਅਸੀਂ ਪਿੰਡੋ ਪਿੰਡੀ ਪ੍ਰੋਟੈਕਸ਼ਨ ਕਮੇਟੀਆਂ ਨਹੀਂ ਬਣਾਉਂਦੇ, ਉਦੋਂ ਤੱਕ ਅਸੀਂ ਇਸ ਗੱਲ ਦਾ ਕੋਈ ਤਕੜੇ ਤੌਰ ਤੇ ਸਰਕਾਰ ਤੇ ਦਬਾਅ ਨਹੀਂ ਬਣਾ ਸਕਦੇ। ਵੈਸੇ ਮੈਂ ਇਹ ਦੱਸ ਦਿਆਂ, ਇਹ ਇਨੀਸ਼ੀਏਟਿਵ ਦੇ ਨਾਲ ਇੱਕ ਚੀਜ਼ ਤੇ ਮੈਸੇਜ ਬੜਾ ਸਾਫ਼ ਜਾਊਗਾ ਕਿ ਹੁਣ ਸਰਕਾਰ ਲਈ ਘੇਸਲ ਮਾਰ ਕੇ ਬੈਠੇ ਰਹਿਣਾ ਤੇ ਵੋਟਾਂ ਲੈਣ ਵੇਲੇ ਇਸ ਮੁੱਦੇ ਨੂੰ ਫਿਰ ਹਵਾ ਦੇ ਕੇ ਗਰਮ ਕਰਕੇ ਤੇ ਲੋਕਾਂ ਨੂੰ ਭਾਵੁਕ ਕਰਕੇ ਵੋਟਾਂ ਲੈ ਲੈਣੀਆਂ, ਉਹ ਨਹੀਂ ਚੱਲੂਗਾ। ਹੁਣ ਤੇ ਅਜੇ ਤੇ ਪੌਣੇ 2 ਸਾਲ ਇਸ ਸਰਕਾਰ ਦੇ ਮੁਸ਼ਕਲ ਨਾਲ ਹੋਏ ਆ, ਔਰ ਬਾਕੀ ਸਮਾਂ ਇਹਨਾਂ ਨੂੰ ਜਵਾਬ ਦੇਣਾ ਪਊਗਾ ਜਦੋਂ ਪਿੰਡੋ ਪਿੰਡੀ ਕਮੇਟੀਆਂ ਬਣ ਗਈਆਂ। ਮੈਨੂੰ ਕਈਆਂ ਦੇ ਫੋਨ ਆ ਰਹੇ ਆ, ਅੱਜ ਸਵੇਰੇ ਫੋਨ ਆਇਆ ਵੀ ਸਾਡੇ ਪਿੰਡ ਵੀ ਕਮੇਟੀ ਬਣ ਗਈ, ਫਲਾਣੇ ਪਿੰਡ 'ਚ ਵੀ ਕਮੇਟੀਆਂ ਬਣ ਰਹੀਆਂ, ਨਸ਼ੇ ਵਿਰੋਧੀ ਕਮੇਟੀਆਂ ਪਿੰਡੋ ਪਿੰਡੀ ਬਣ ਰਹੀਆਂ। ਇਹ ਕਿਉਂਕਿ ਇਹ ਉਸੇ ਤਰੀਕੇ ਨਾਲ ਹੈ ਕਿ ਜਿਵੇਂ ਵੱਡੀ ਤਿਆਰੀ 3 ਕਾਲੇ ਕਾਨੂੰਨ, ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੁੱਧ ਆਰੰਭੀ ਗਈ ਸੀ, ਇਹ ਸ਼ੁਰੂਆਤ ਆ ਔਰ ਇਹ ਸਸਟੇਨੇਬਲ ਹੋਊਗੀ। ਮੈਨੂੰ ਇਸ ਮੁਹਿੰਮ ਤੋਂ ਜਿਹੜੀ ਕੱਲ ਇਹ ਸਾਰੀ ਉਸ ਇਕੱਠ ਦੇ ਵਿੱਚ ਸਾਰਿਆਂ ਨੇ ਆ ਕੇ ਰਿਜ਼ੋਲਵ ਕੀਤੇ ਆ, ਇਹ ਫੈਸਲਾ ਕੀਤਾ ਕਿ ਅਸੀਂ ਹੁਣ ਪਿੰਡ ਬਚਾਉਣੇ ਆ, ਸੱਚੀ ਮੁੱਚੀ ਸੱਚੀ ਮਾਨਿਆਂ ਦੇ ਵਿੱਚ, ਔਰ ਨਸ਼ੇ ਤੋਂ ਬਚਾਉਣੇ ਆ। ਉਹਦੇ ਨਾਲ ਇਹ ਤਾਂ ਨਹੀਂ ਹੈ ਕਿ ਦੇਖੋ ਤਸਕਰ ਜਿਹੜੇ ਆ ਉਹ ਭੱਜ ਜਾਣਗੇ ਜਾਂ ਕਿੱਦਾਂ ਕਰ ਦੇਣਗੇ। ਜਦੋਂ ਪਿੰਡੋ ਪਿੰਡੀ ਉਹ ਇੱਕ ਡਰ ਪੈਦਾ ਹੋ ਜੂ। ਔਰ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਨੋਟ ਆਫ ਕੌਸ਼ਨ ਇੱਥੇ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਭਾਈ, ਜੇ ਤੇ ਅਸੀਂ ਪ੍ਰਵਿੰਦਰ ਸਿੰਘ ਝੋਟਾ ਵਾਲਾ ਅਪਰੋਚ ਲਾਉਂਦੇ ਆ ਜਾਂ ਉਹਦੇ ਨਾਲ ਵੀ ਕੋਈ ਹੋਰ ਸਖਤ ਲਾਉਂਦੇ ਆ ਵੀ ਚੰਗਾ ਜਿਹੜਾ ਆਉਂਦਾ ਉਹਨੂੰ ਫੜ ਕੇ ਪੋਲ ਦੇ ਨਾਲ ਬੰਨੋ ਤੇ ਉਹਦੇ ਮਾਰੋ 10-10 ਛਿੱਤਰ, ਜਾਂ ਜਿਹੜਾ ਇੱਕ ਗਲ 'ਚ ਛਿੱਤਰ ਪਾ ਕੇ ਮੂੰਹ ਕਾਲਾ ਕਰਕੇ ਕਮਾਉਂਦੇ, ਬਿਲਕੁਲ ਭਰਾਵੋ ਇਹ ਨਾ ਕਰਿਓ। ਇਹ ਤੁਹਾਡੇ ਤੇ ਭਾਰੂ ਉਸੇ ਤਰ੍ਹਾਂ ਹੀ ਪੈ ਜਾਊਗਾ ਜਿਵੇਂ ਪ੍ਰਵਿੰਦਰ ਝੋਟੇ ਦੇ ਪੈ ਰਿਹਾ, ਕਿਉਂਕਿ ਕਾਨੂੰਨ ਦੀਆਂ ਜਿਹੜੀਆਂ ਪਚੀਦਗੀਆਂ ਉਹ ਸਮਝ ਕੇ ਇਹਦੇ 'ਚ ਸ਼ਾਮਿਲ ਹੋਣਾ ਚਾਹੀਦਾ। ਅਸੀਂ ਹਾਂ ਤੁਹਾਡੀਆਂ ਸ਼ਿਕਾਇਤਾਂ ਠੀਕ ਹੈ, ਇਹਨਾਂ ਦੀਆਂ ਸਾਡੇ ਵੀਰਾਂ ਦੀਆਂ ਸ਼ਿਕਾਇਤਾਂ ਇਹ ਹੈ ਕਿ ਜਦੋਂ ਪੰਚਾਇਤ ਜਾ ਕੇ ਕਹਿੰਦੀ ਹੈ ਕਿਸੇ ਵੀ ਥਾਣੇ 'ਚ ਭਾਈ ਸਾਡੇ ਪਿੰਡ 'ਚ ਨਸ਼ਾ ਵੇਚ ਰਿਹਾ, ਫਲਾਨਾ ਟੱਬਰ ਵੇਚ ਰਿਹਾ, ਸਾਨੂੰ ਸਬੂਤ ਦਿਓ ਜੀ। ਯਾਰ ਇਹਨਾਂ ਗੱਲਾਂ ਦਾ ਸਬੂਤ ਹੁੰਦਾ? ਨਸ਼ੇ ਨੂੰ ਰੋਕਣਾ ਸਟੇਟ ਦੀ ਤੇ ਪੁਲਿਸ ਦੀ ਜ਼ਿੰਮੇਵਾਰੀ ਹੈ। ਤੁਹਾਨੂੰ ਕੰਪਲੇਂਟ ਆ ਗਈ, ਤੁਸੀਂ ਉਹਦੇ ਤੇ ਅਮਲ ਕਰੋ। ਤੁਹਾਨੂੰ ਲਿਖਤੀ ਕੰਪਲੇਂਟ ਆ ਗਈ ਹੈ। ਕਈਆਂ ਪਿੰਡਾਂ 'ਚ ਹੋਇਆ ਕਿ ਫਿਰ ਪੰਚਾਇਤਾਂ ਨੇ ਜਾ ਕੇ ਆਪ ਰੇਡ ਕੀਤੇ ਆਪਣੇ ਰਿਸਕ ਦੇ ਉੱਤੇ, ਉਹਨਾਂ ਦੇ ਜਿਹੜੀ ਚੀਜ਼ ਨਾਲ ਤੋਲਦੇ ਸੀ ਨਸ਼ਾ ਤੱਕੜੀ, ਤੁਹਾਨੂੰ ਪਤਾ ਮੈਂ ਐਗਜ਼ੀਬਿਸ਼ਨ ਲਾਈ ਉਹਨਾਂ ਨੇ ਪਿੰਡ ਦੇ ਬਾਹਰ ਰੱਖ ਕੇ ਕਿ ਆਹ ਦੇਖ ਲਓ, ਆਹ ਨਸ਼ਾ ਜੇ, ਆਹ ਨਸ਼ੇ ਦੇ ਵਿੱਚ ਹੋਏ ਪੈਸੇ ਜੇ, ਆਹ ਉਹਦੀ ਤੱਕੜੀ ਜਿਹਦੇ ਨਾਲ ਤੋਲ ਕੇ ਦਿੰਦੇ ਆ। ਉਹ ਲਾਭਾ ਕੀਤੀ ਪੁਲਿਸ ਦੀ ਵੀ ਹੁਣ ਤੇ ਲੈ ਜਾਓ ਇਹਨਾਂ ਨੂੰ, ਲੈ ਜਾਂਦੇ ਆ, ਫਿਰ ਮੜ ਜਾ ਕਰਕੇ ਛੱਡ ਦਿੰਦੇ ਆ, ਕਿਉਂਕਿ ਪੁਲਿਸ ਇੱਕ ਹਿੱਸਾ ਪੁਲਿਸ ਦਾ ਖੁਦ ਇਹਨਾਂ ਨਸ਼ਾ ਤਸਕਰਾਂ ਦੇ ਨਾਲ ਜਾਂ ਸਮਗਲਰਾਂ ਦੇ ਨਾਲ ਰਲੇ ਹੋਏ ਆ।
ਉਹਨਾਂ ਦੇ ਪੈਸੇ ਦੀ ਆਮਦਨ ਖਤਮ ਹੋ ਜੂਗੀ ਜੇ ਨਸ਼ਾ ਬੰਦ ਹੋ ਜਾਂਦਾ ਤੇ ਇਸ ਲਈ ਉਹ ਨਹੀਂ ਚਾਹੁੰਦੇ, ਮਤਲਬ ਉਹ ਸੈਕਸ਼ਨ ਜਿਹੜਾ ਪੈਸਾ ਬਣਾ ਰਿਹਾ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਤੇ ਇਸ ਲਈ ਗੁਰਦੀਪ ਇਹ ਇੱਕ ਬੜਾ ਗੋਰਖ ਧੰਦਾ ਜਾਣੀ ਜਿਹਨੂੰ ਕਹਿੰਦੇ ਉਸ ਤਰੀਕੇ ਦਾ ਹੋ ਗਿਆ, ਮੁਸ਼ਕਲਾਂ ਦੇ ਵਿੱਚ ਹੈਗਾ, ਵਿਸ਼ੇ ਸਰਕਲ ਇਹ ਹੈਗਾ। ਇਸ ਲਈ ਇਸ ਨੂੰ ਸ਼ੁਰੂਆਤ ਤੇ ਕਿਤਿਓਂ ਇਸ ਨੂੰ ਖਤਮ ਕਰਨ ਲਈ ਕਰਨਾ ਸੀ। ਜਿਹੜੀ ਲੋਕਾਂ ਦੀ ਇੱਕ ਸਾਂਝੀ ਰਾਏ ਬਣੀ ਆ ਕਿ ਆਪਾਂ ਪਿੰਡੋਂ ਪਿੰਡ ਕਮੇਟੀਆਂ ਬਣਾ ਕੇ ਸਤਰਕ ਕਰੀਏ, ਪਹਿਰਾ ਦਈਏ ਔਰ ਬਾਰ-ਬਾਰ ਪੁਲਿਸ ਨੂੰ FIR ਦਰਜ ਕਰਾਈਏ। ਛੱਡੀ ਜਾਣ ਕੋਈ ਗੱਲ ਨਹੀਂ, ਕਿੰਨੇ ਕੁ ਛੱਡ ਜਾਣਗੇ? ਜਦੋਂ ਪੰਜਾਬ ਦੇ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਕੇਸ ਦਰਜ ਹੋ ਜਾਣਗੇ ਤੇ ਫਿਰ ਸਰਕਾਰ ਦੇ ਉੱਤੇ ਦਬਾਅ ਬਣੂਗਾ। ਇੱਕ ਗੱਲ ਡੈਮੋਕ੍ਰੇਸੀ ਦੇ ਵਿੱਚ ਸਾਡੇ ਵੀਰਾਂ ਭੈਣਾਂ ਨੂੰ ਜਾਂ ਐਕਟਿਵਿਸਟਾਂ ਨੂੰ ਜੋ ਮੇਰਾ ਅਨੁਭਵ ਹੈ ਯਾਦ ਰੱਖਣੀ ਜ਼ਰੂਰੀ ਹੁੰਦੀ ਹੈ ਕਿ ਸ਼ਾਂਤਮਈ ਰਹੋ, ਪਰਸੂਏਸਿਵ ਰਹੋ, ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਤਕੜੇ ਹੋਵੋਗੇ। ਕਿਉਂਕਿ ਤੁਹਾਡੇ ਵਿਰੋਧੀ ਉਹ ਸੰਜੀਦਾ ਨਹੀਂ ਹੈ, ਉਹ ਤੁਹਾਡੇ ਤੇ ਕੁਝ ਚੀਜ਼ ਨਜਾਇਜ਼ ਤੌਰ ਤੇ ਵੀ ਥੋਪ ਕੇ ਬਿਲਕੁਲ ਜੀ ਉਹ ਤੁਹਾਨੂੰ ਜੇਲ੍ਹ ਦੇ ਅੰਦਰ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਜੇ ਤੁਸੀਂ ਆਪ ਹੀ ਬਹਾਨਾ ਦੇ ਦਿੰਦੇ ਆ, 4 ਚਪੇੜੇ ਕਿਸੇ ਨੇ ਮਾਰ ਦਿੱਤੇ, ਉਹਨੇ ਜਾ ਕੇ ਕੰਪਲੇਂਟ ਕਰਤੀ ਜੀ ਮੈਨੂੰ ਕੁੱਟਿਆ, ਉਹਨਾਂ ਨੇ ਪੁੱਛਣਾ ਤੁਹਾਨੂੰ, ਤੁਸੀਂ ਤੇ ਕਿਸੇ ਨੂੰ ਹੱਥ ਹੀ ਨਹੀਂ ਲਾ ਸਕਦੇ ਵੀ ਤੁਸੀਂ ਕਿਉਂ ਕੁੱਟਿਆ, ਉਲਟਾ ਉਹਨੂੰ ਫੜ ਕੇ ਲੈ ਜਾਣਗੇ ਜਿਹੜਾ ਚੰਗਾ ਬੰਦਾ ਹੈ। ਬਿਲਕੁਲ ਜੀ। ਇਸ ਲਈ ਕਾਨੂੰਨ ਨਾ ਆਪਣੇ ਹੱਥ 'ਚ ਲਿਓ। ਪਰ ਇਸ ਕੰਪੇਨ 'ਚ ਕਿਸਾਨਾਂ ਦੇ ਨਾਲ ਜੋ ਵੀ ਆ, ਭਾਵੇਂ ਕੋਈ ਪੋਲੀਟੀਕਲ ਲੀਡਰ ਆ, ਹੋਰ ਸੋਸ਼ਲ ਐਕਟਿਵਿਸਟ ਆ, ਟੀਚਰ ਹੋਣ, ਜਿਹੜੇ ਵੀ ਪੀੜਤ ਪਰਿਵਾਰ ਹੋਣ, ਪੰਚਾਇਤਾਂ ਹੋਣ, ਉਹਨਾਂ ਸਾਰਿਆਂ ਨਾਲ ਰਲ ਕੇ ਇਸ ਮੁਹਿੰਮ 'ਚ ਸ਼ਾਮਲ ਹੋਣਾ ਚਾਹੀਦਾ। ਇਹਦਾ ਰਿਜ਼ਲਟ ਤੁਰੰਤ ਨਹੀਂ ਆਊਗਾ, ਤੁਹਾਨੂੰ 5-6 ਮਹੀਨਿਆਂ 'ਚ ਇਹਦੇ ਰਿਜ਼ਲਟ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਜੀ ਪ੍ਰੋਫੈਸਰ ਸਾਹਿਬ, ਇਹ ਸੀ ਪੰਜਾਬ ਦੀ ਗੱਲ। ਇਸ ਤੋਂ ਇਲਾਵਾ ਆਪਾਂ ਅਗਰ ਦੇਖੀਏ ਦੇਸ਼ ਦੇ ਵਿੱਚ ਕੀ ਹੋ ਰਿਹਾ, ਆਪਾਂ ਜਿਵੇਂ ਦੀ ਸਰਕਾਰ, ਆਪਾਂ ਬਾਰ-ਬਾਰ ਇਹ ਗੱਲ ਕਰਦੇ ਹਾਂ, ਆਪਾਂ ਵੀ ਡਿਸਕਸ ਕਰਦੇ ਹਾਂ, ਹੋਰ ਲੋਕ ਵੀ ਡਿਸਕਸ ਕਰਦੇ ਹੋਣਗੇ ਕਿ ਜਿਹੜੀ BJP ਸਰਕਾਰ ਆ, ਇਹਦੀ ਜਿਹੜੀ ਫਿਰਕਾ ਪ੍ਰਸਤੂ ਜਿਹੜੀ ਨੀਤੀਆਂ ਹੈਗੀਆਂ ਨੇ ਉਹ ਲੋਕਾਂ ਨੂੰ ਆਪਸ ਵਿੱਚ ਲੜਾ ਰਹੀਆਂ ਨੇ। ਤੇ ਆਪਾਂ ਅਗਰ ਦੇਖੀਏ ਕਿ ਮਨੀਪੁਰ ਦੇ ਵਿੱਚ 3-4 ਮਹੀਨਿਆਂ ਤੋਂ ਜੋ ਕੁਝ ਹੋ ਰਿਹਾ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ। ਇਹਦੇ ਨਾਲ ਹੀ ਦੇਖੀਏ ਕਿਸੇ ਨਾ ਕਿਸੇ ਦਿਨ ਇਹ ਜਿਹੜੀਆਂ ਚੀਜ਼ਾਂ ਨੇ ਸਰਕਾਰ ਤੇ ਵੀ ਭਾਰੂ ਪੈਣਗੀਆਂ। ਆਪਾਂ ਦੇਖਿਆ ਕੁਝ ਦਿਨ ਪਹਿਲਾਂ ਗੋਰਖਪੁਰ ਯੂਨੀਵਰਸਿਟੀ ਆ ਜਿਹੜੀ, ਉੱਥੇ RSS ਤੇ BJP ਦਾ ਜਿਹੜਾ ਵਿਦਿਆਰਥੀ ਵਿੰਗ ਆ ABVP, ਉੱਥੋਂ ਦੇ ਵਿਦਿਆਰਥੀ ਜਦੋਂ ਫੀਸਾਂ ਨੂੰ ਲੈ ਕੇ ਉਹ ਪ੍ਰੋਟੈਸਟ ਕਰ ਰਹੇ ਸੀ, ਉੱਥੋਂ ਦੇ ਜਿਹੜੇ ਵਾਈਸ ਚਾਂਸਲਰ ਤੇ ਹੋਰ ਜਿਹੜੇ ਪ੍ਰੋਫੈਸਰ ਸਾਹਿਬਾਨ ਸੀ, ਅਥਾਰਟੀ ਸੀ, ਉਹਨਾਂ ਦੇ ਨਾਲ ਹੱਥੋਂ-ਪਾਈ ਕੀਤੀ ਆ ਤੇ ਉਹਨਾਂ ਨੂੰ ਹੁਣ 18 ਜਿਹੜੇ ਸਟੂਡੈਂਟ ਸੀ ABVP ਤੇ RSS ਦੇ, ਉਹਨਾਂ ਨੂੰ ਸਸਪੈਂਡ ਕੀਤਾ। ਇੱਥੋਂ ਹੀ ਪਤਾ ਲੱਗਦਾ ਕਿ ਅੱਜ ਜੇ ਲੋਕਾਂ ਨੂੰ ਇੰਨਾ ਭੜਕਾ ਦਿੰਦੇ ਨੇ, ਮੌਬ ਲਿੰਚਿੰਗ ਵੱਲ ਲੈ ਜਾਂਦੇ ਨੇ, ਉਹਨਾਂ ਨੂੰ ਇੰਨਾ ਇੰਸਟੀਗੇਟ ਕਰਦੇ ਨੇ, ਉਹ ਕਿਸੇ ਨਾ ਕਿਸੇ ਦਿਨ ਉਹ ਸਰਕਾਰਾਂ ਉੱਤੇ ਆਪ ਵੀ ਭਾਰੂ ਹੋਣਗੀਆਂ। ਆਪਾਂ ਗੱਲ ਕਰੀਏ ਮਨੀਪੁਰ ਵਾਲੇ ਮਸਲੇ ਦੀ, ਮਨੀਪੁਰ ਵਾਲੇ ਮਸਲੇ 'ਚ ਆਪਾਂ ਦੇਖਿਆ ਕੱਲ੍ਹ ਜਿਹੜੀ ਇੰਡੀਆ ਨਾਮ ਦਾ ਜਿਹੜਾ ਇੱਕ ਦੂਜਾ ਆਪਣਾ ਕਈ ਤਰ੍ਹਾਂ ਦਾ ਇੱਕ ਜਿਹੜਾ ਸੰਗਠਨ ਬਣਿਆ, ਉਹ ਜਾ ਕੇ ਮਨੀਪੁਰ ਦੇ ਰਾਜਪਾਲ ਨੂੰ ਮਿਲੇ ਨੇ। ਇਸ ਤੋਂ ਇਲਾਵਾ ਵੱਖ-ਵੱਖ ਸਟੇਟਾਂ ਦੇ ਵਿੱਚ ਇਹਦੇ ਰਿਐਕਸ਼ਨ ਕੀ ਆ ਰਹੇ ਨੇ ਪ੍ਰੋਫੈਸਰ ਸਾਹਿਬ? ਜਿਵੇਂ ਇਹ ਆਦੀਵਾਸੀਆਂ ਦਾ ਮਸਲਾ ਹੋ ਗਿਆ, ST ਦਾ ਮਸਲਾ ਹੋ ਗਿਆ, ਆਪਾਂ ਦੇਖੀਏ ਪੰਜਾਬ 'ਚ ਵੀ, ਚੰਡੀਗੜ੍ਹ 'ਚ ਵੀ, ਅਲੱਗ-ਅਲੱਗ ਥਾਵਾਂ 'ਤੇ ਪਿਛਲੇ ਦਿਨਾਂ 'ਚ ਬਸਪਾ ਨੇ ਵੀ ਚੰਡੀਗੜ੍ਹ ਦੇ ਵਿੱਚ ਨਾਲ ਕੁਰਾਲੀ ਦੇ ਵਿੱਚ ਉਹਨਾਂ ਨੇ ਵੀ ਇਹਦੇ ਖਿਲਾਫ ਆਪਣਾ ਪ੍ਰੋਟੈਸਟ ਕੀਤਾ। ਕੱਲ੍ਹ ਕਾਂਗਰਸ ਨੇ ਵੀ ਚੰਡੀਗੜ੍ਹ 'ਚ ਪ੍ਰੋਟੈਸਟ ਕੀਤਾ, ਕ੍ਰਿਸਚਨ ਭਾਈਚਾਰੇ ਨੇ ਵੀ ਕੀਤਾ, ਜਲੰਧਰ 'ਚ ਹੋਇਆ, ਤੇ ਇਸ ਤੋਂ ਇਲਾਵਾ ਅਲੱਗ-ਅਲੱਗ ਸਟੇਟਾਂ ਦੇ ਵਿੱਚ ਹੋ ਰਿਹਾ ਪ੍ਰੋਟੈਸਟ। ਪ੍ਰੋਫੈਸਰ ਸਾਹਿਬ, ਇਹ ਜਿਹੜੀ ਇਹ ਵੀ ਅਗਰ ਦੇਖੀਏ, ਇਸ ਦੇ ਨਾਲ ਜਿਹੜਾ ਸਰਕਾਰ ਆ, ਮੌਜੂਦਾ ਸਰਕਾਰ ਆ, ਉੱਪਰ ਦੀ ਪ੍ਰਧਾਨ ਮੰਤਰੀ ਨੂੰ ਬਾਰ-ਬਾਰ ਜਿਹੜੇ ਆਪਣੇ MPs ਕਹਿ ਰਹੇ ਨੇ ਵਿਰੋਧੀ ਧਿਰ ਵਾਲੇ ਕਿ ਤੁਸੀਂ ਬੋਲੋ, ਤੇ ਅਮਿਤ ਸ਼ਾਹ ਕਹਿ ਰਿਹਾ ਕਿ ਮੈਂ ਖੁਦ ਬੋਲਾਂਗਾ, ਸਰਕਾਰ ਜਵਾਬ ਦੇਣ ਨੂੰ ਤਿਆਰ ਆ, ਪਰ ਪ੍ਰਧਾਨ ਮੰਤਰੀ ਕਿਉਂ ਨਹੀਂ ਮੂੰਹ ਖੋਲ ਰਹੇ? ਜਿਹਦੇ ਲਈ ਸੱਤਿਆਪਾਲ ਜਿਹੜੇ ਮਲਿਕ ਨੇ, ਆਪਣੇ ਸਾਬਕਾ ਗਵਰਨਰ, ਉਹਨਾਂ ਨੇ ਵੀ ਕਿਹਾ ਸੀ ਕਿ ਮਨ ਕੀ ਬਾਤ ਤਾਂ ਇਹ ਕਰ ਦਿੰਦੇ ਨੇ, ਪਰ 1 ਮਿੰਟ ਵਾਸਤੇ, 1 ਸੈਕਿੰਡ ਵਾਸਤੇ ਇਹ ਮਨੀਪੁਰ ਵਾਲੇ ਮਸਲੇ ਤੇ ਨਹੀਂ ਬੋਲ ਰਹੇ। ਤੇ ਪਰ ਹੁਣ ਲੋਕ, ਜਦੋਂ ਪ੍ਰਧਾਨ ਮੰਤਰੀ ਸਾਹਿਬ ਨਹੀਂ ਬੋਲ ਰਹੇ, ਤਾਂ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਇਹ ਕਿੱਥੇ ਕੀ ਹੋ ਰਿਹਾ ਪ੍ਰੋਫੈਸਰ? ਨਹੀਂ, ਸੱਤਿਆਪਾਲ ਮਲਿਕ ਨੇ ਤੇ ਇੱਕ ਤੁਹਾਨੂੰ ਮੈਂ ਇਹਦੋਂ ਪਹਿਲਾਂ ਕਿ ਉਹ ਗੱਲ ਸ਼ੁਰੂ ਕਰਾਂ ਮੇਨ ਮੁੱਦਾ, ਉਹਨਾਂ ਦੇ ਇਹ ਵੀ ਕਿਹਾ, ਜਿਹੜਾ ਮੇਰਾ ਵੀ ਸ਼ੱਕ ਹੈਗਾ ਗੁਰਦੀਪ ਜੀ, ਕਿ ਜਦੋਂ ਦਾ INDIA ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਬਣਿਆ ਜੀ, 26 ਪਾਰਟੀਆਂ ਦਾ, ਉਹਨਾਂ ਦੇ ਕੈਂਪ ਵਿੱਚ ਬੜੀ ਹੜਬੜਾਹਟ, ਬੜੀ ਘਬਰਾਹਟ, ਬੜਾ ਜਾਣੀ ਕੰਬੇ ਪਏ ਆ, ਜਾਣੀ ਜਿਸ ਤਰ੍ਹਾਂ ਘਬਰਾਹਟ ਬੜੀ ਜ਼ਿਆਦਾ ਹੈਗੀ, ਔਰ ਉਹਦੇ 'ਚ ਹੀ ਕਈ ਗਲਤ ਕੰਮ ਹੋ ਸਕਦੇ ਆ, ਕੁਝ ਹੋ ਰਹੇ ਆ। ਤੁਸੀਂ ਆ ਦੇਖੋ ਕਿ ਉਸ ਗੱਲ ਨੂੰ ਪਹਿਲਾਂ ਤਾਂ ਇਹ ਕਿਹਾ ਕਿ ਈਸਟ ਇੰਡੀਆ ਕੰਪਨੀ ਕਿੱਥੇ ਦੀ ਕਿੱਥੇ, ਲੋਕਾਂ ਨੇ ਸਾਰਿਆਂ ਨੇ ਕਿਹਾ ਉਹ ਤੁਹਾਡੇ ਕਿੰਨੇ ਇੰਡੀਆ ਦੇ ਨਾਲ ਪ੍ਰੋਗਰਾਮ ਹੈ, ਤੁਹਾਡੀ ਪਾਰਟੀ ਦੇ ਨਾਲ ਕਈ ਜਗ੍ਹਾ BJP ਫਾਰ ਇੰਡੀਆ ਲਿਖਿਆ ਹੋਇਆ ਜੀ, ਤੇ ਤੁਸੀਂ ਫਿਰ ਇਹਦਾ ਮਤਲਬ ਆਪਣੇ ਆਪ ਨੂੰ ਵੀ ਤੁਸੀਂ ਉਸੇ ਤਰੀਕੇ ਨਾਲ ਕਰਦੇ ਆ। ਉਹ ਗੱਲ ਤੇ ਉਹਨਾਂ ਨੇ ਛੱਡ ਦਿੱਤੀ ਵੀ ਇਹ ਨਹੀਂ, ਸਾਡਾ ਤੀਰ ਨਹੀਂ ਚੱਲਣਾ, ਇੰਡੀਆ ਨੂੰ ਤੁਸੀਂ ਭੰਡ ਨਹੀਂ ਸਕਦੇ, ਬਦਨਾਮ ਨਹੀਂ।
ਹੁਣ ਇਹ ਦੇਸ਼ ਭਗਤੀ ਦਾ ਆਪਣੇ ਵੱਲੋਂ ਨਵਾਂ ਜ਼ਾਮ ਪਲਾ ਰਿਹਾ ਕਿ ਸਾਡੇ ਨਾਲ ਵੱਡਾ ਦੇਸ਼ ਭਗਤ ਨਹੀਂ। ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਇੰਡੀਆ ਦੇ ਨਾਂ ਤੇ, ਪਰ ਅਸੀਂ ਅਸਲੀ ਵਿੱਚ ਦੇਸ਼ ਭਗਤ ਹੈਗੇ ਆ। ਤੇ ਇਹ ਦੇਖ ਲੈ ਤੂੰ ਹੁਣ ਆ ਮੇਰੀ ਮਿੱਟੀ ਮੇਰਾ ਦੇਸ਼ ਕਹਿੰਦੇ 15 ਅਗਸਤ ਤੋਂ ਪਹਿਲਾਂ 7500 ਕਲਸ ਅਲੱਗ-ਅਲੱਗ ਜਗ੍ਹਾ ਤੋਂ ਮਿੱਟੀ ਦੇ ਆਉਣਗੇ। ਉਹ ਇੱਕ ਵਾਰੀ ਜੋਗਿੰਦਰ ਯਾਦਵ ਦੇ ਨਾਲ ਅਸੀਂ ਵੀ ਇਹ ਕਾਫੀ ਕੀਤਾ ਸੀ। ਉਹ ਕਲਸ ਭਰ ਕੇ ਪਿੰਡੋਂ ਪਿੰਡੀ ਮਿੱਟੀ ਜਾ ਕੇ ਦਿੱਲੀ ਲੈ ਗਏ ਤੇ ਉਹ ਪਤਾ ਨਹੀਂ ਮਿੱਟੀ ਮੁੜ ਕੇ ਕਿੱਥੇ ਗਈ ਤੇ ਉੱਥੇ ਮਟਕੇ ਲਾਏ ਹੋਏ ਸੀ ਸਿੰਘੂ ਬਾਰਡਰ ਤੇ ਜੀ, ਸਿੰਘੂ ਬਾਰਡਰ ਤੇ ਵੀ ਲਾਏ ਹੋਏ, ਗਾਜ਼ੀਆਬਾਦ ਵੀ ਲੱਗੇ ਸੀ। ਹਾਂ, ਅਸੀਂ ਉਹ ਕਾਫੀ ਕੀਤਾ ਸੀ। ਸਵਾਲ ਇਹ ਆ ਕਿ ਜਦੋਂ ਲੋਕਾਂ ਦੇ ਵਿੱਚ ਜਿਹੜੀ ਤਮੰਨਾ ਕਿਸੇ ਗੱਲ ਦੀ ਜਾਂ ਕਿਸੇ ਵੀ ਰਾਜ ਨਿਜ਼ਾਮ ਪ੍ਰਤੀ ਨਫ਼ਰਤ ਜਾਂ ਗੁੱਸਾ ਇੰਨਾ ਵੱਧ ਜਾਏ, ਜਿਹੜਾ ਕਿ ਇਸ ਵੇਲੇ ਬੀਜੇਪੀ ਤੇ ਐਨਡੀਏ ਦੇ ਵਿਰੁੱਧ ਹੌਲੀ ਹੌਲੀ ਲੋਕਾਂ ਦਾ ਗੁੱਬ ਗਬਾਰ ਉੱਠ ਰਿਹਾ ਆ, ਤਾਂ ਫਿਰ ਇਹੋ ਜਿਹੀ ਸ਼ੋਸ਼ੇਬਾਜ਼ੀ ਕੋਈ ਬਹੁਤੀ ਕੰਮ ਨਹੀਂ ਕਰਦੀ। ਮਿੱਟੀ ਚੱਕ ਕੇ ਲੈ ਗਏ, ਪਾਣੀ ਚੱਕ ਕੇ ਲੈ ਗਏ, ਗੰਗਾ ਜਲ ਦਾ ਜਾਂ ਕੋਈ ਜਮਨਾ ਦਾ ਕੋਈ ਇਹੋ ਜਿਹਾ ਛਿੜਕਾਅ ਕਰਤਾ ਤੇ ਉਹਦੇ ਨਾਲ ਹੁਣ ਆਹ ਪਵਿੱਤਰ ਹੋ ਜੂ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਹੜਾ ਮਲਿਕ ਜੀ ਕਹਿ ਰਹੇ ਹੈ ਕਿ ਕੋਈ ਵੱਡਾ ਕੋਈ ਇਹੋ ਜਿਹਾ ਐਪੀਸੋਡ ਨਾ ਕਰ ਦੇਣ ਜੀ ਕਿ ਜਿਹਦੇ ਨਾਲ ਹੁਣ ਰਾਮ ਮੰਦਿਰ ਦਾ ਇਨੈਗੂਰੇਸ਼ਨ ਹੋਣਾ। ਉੱਥੇ ਹੀ ਕੋਈ ਆ ਤੁਹਾਡੇ ਸਾਹਮਣੇ ਆ ਦੇਖ ਲਓ, ਇੱਕ ਪਾਕਿਸਤਾਨ ਦੇ ਵਿੱਚ 42 ਲੋਕ ਮਾਰ ਦਿੱਤੇ ਕੱਲ ਜੀ। ਉਹ ISIS ਨੇ ਸ਼ਾਇਦ ਜ਼ਿੰਮੇਵਾਰੀ ਲਈ ਆ। ਅੱਜ ਮੈਂ ਹੁਣੇ ਹੀ ਪੜ੍ਹ ਰਿਹਾ ਸੀ, ਹਾਈਲਾਈਟ ਉਹਦੀ ਪੜ੍ਹ ਰਿਹਾ ਸੀ, ਤੇ ਉਹ ਇੱਕ ਜਲਸਾ ਹੋ ਰਿਹਾ ਸੀ ਵੱਡਾ, ਉਹਦੇ ਵਿੱਚ ਇੰਜ ਕਰਤਾ ਕਿ ਸਰਕਾਰ ਕੋਈ ਇਹੋ ਜਿਹੀ ਜਿਸ ਤਰ੍ਹਾਂ ਰਾਮ ਮੰਦਿਰ ਦੇ ਜਦੋਂ ਉਹਦੀ ਇਨੈਗੂਰੇਸ਼ਨ ਹੋਣਾ ਆ, ਉਹ ਦਸੰਬਰ ਜਾਂ ਜਨਵਰੀ 'ਚ ਕਦੀ ਵੀ ਹੋਣਾ, ਉਸ ਫੰਕਸ਼ਨ ਦੇ ਵਿੱਚ ਕੋਈ ਇਹੋ ਜਿਹਾ ਨਾ ਕੋਈ ਕਰ ਦੇਣ ਤਾਂ ਕਿ ਸਾਰੇ ਦੇਸ਼ ਦੇ ਵਿੱਚ ਐਡਾ ਵੱਡਾ ਪੋਲਰਾਈਜੇਸ਼ਨ ਹੋਣ ਦਾ ਇੱਕ ਸੁਨੇਹਾ ਚਲੇ ਜਾਏ ਕਿ ਭਾਈ ਇਹ ਤੇ ਸਾਡੇ ਜਿਹੜੀਆਂ ਘੱਟ ਗਿਣਤੀਆਂ ਜਾਂ ਮੁਸਲਿਮ ਜਾਂ ਕੋਈ ਵੀ ਹੋ ਰਿਹਾ, ਕ੍ਰਿਸਚੀਅਨ ਘੱਟ ਗਿਣਤੀਆਂ, ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਤੇ ਜੈ ਸ਼੍ਰੀ ਰਾਮ, ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਲੱਗ ਜਾਏ ਆਕਾਸ਼ਾਂ ਨੂੰ ਗੂੰਜਣ, ਤੇ ਉਹ ਜਿਹੇ ਦੇਸ਼ ਦੇ ਅੰਦਰ ਮਾਹੌਲ ਕਰਕੇ ਤੇ ਉਹਦੇ 'ਚ ਚੋਣਾਂ ਕਰਾਤੀਆਂ ਜਾਣ। ਇਸ ਕਿਸਮ ਦਾ ਵੀ ਕੋਈ ਨਾ ਕੋਈ ਸ਼ੋਸ਼ਾ ਹੋ ਸਕਦਾ ਜਿਹੜਾ ਮਲਿਕ ਹੁਣਾਂ ਨੇ ਸ਼ੰਕਾ ਪ੍ਰਗਟ ਕੀਤਾ, ਹੋਰ ਵੀ ਕਈ ਕਰ ਰਿਹਾ। ਤੇ ਮੈਂ ਖੁਦ ਇਸ ਗੱਲ ਦਾ ਮੈਨੂੰ ਪੂਰਨ ਸ਼ੰਕਾ ਹੈ ਕਿ ਜਿਸ ਕਿਸਮ ਦੀ ਹੜਬੜਾਹਟ ਤੇ ਘਬਰਾਹਟ ਰੂਲਿੰਗ ਕੈਂਪ ਦੇ ਵਿੱਚ ਹੈ, ਕੋਈ ਇਹੋ ਜਿਹੀ ਨਵੀਂ ਕਾਂਸਪੀਰੇਸੀ, ਕੋਈ ਇਹੋ ਜਿਹਾ ਪਿੱਛੇ ਸਾਜ਼ਿਸ਼ ਨਾ ਨਵੀਂ ਕੱਢ ਕੇ ਲੈ ਆਉਣ ਸੱਤਾ ਨੂੰ ਹਾਸਲ ਕਰ ਲਈ, ਇਹ ਇੱਕ ਦੁੱਖ ਦੀ ਜਿਹੜੀ ਇਹ ਚੰਗੀ ਖਬਰ ਇਹ ਹੈਗੀ ਆ ਕਿ ਪਹਿਲੀ ਵਾਰੀ ਦੇਸ਼ ਦੇ ਅੰਦਰ ਆਦੀਵਾਸੀਆਂ ਦਾ ਜਿਹੜੇ ਧਰਤੀ ਪੁੱਤਰ ਆ, ਆਦੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ, ਉਹਨਾਂ ਦਾ ਏਜੰਡਾ ਏਡੇ ਵੱਡੇ ਪੱਧਰ ਤੇ ਉੱਠਿਆ। ਉਹ ਮਣੀਪੁਰ ਚੋਂ ਉੱਠਿਆ ਤੇ ਉਹ ਇਸ ਕਰਕੇ ਕਿ ਜਿਸ ਕਿਸਮ ਨਾਲ ਐਥਨਿਕ ਕਨਫਲਿਕਟ ਦੇ ਤੌਰ ਤੇ ਲੱਗਾ ਪਹਿਲਾਂ ਕਿ ਮੈਤੀ ਵਰਸਸ ਜਿਹੜੇ ਕੁੱਕੀ ਜ਼ੋਮੀ, ਉਹਨਾਂ ਦਾ ਮਾਮਲਾ ਹੈਗਾ। ਹੌਲੀ ਬਣਦਾ ਕਿਉਂਕਿ ਬਹੁਤੇ ਕ੍ਰਿਸਚੀਅਨ ਨਾਰਥ ਈਸਟ ਵਿੱਚ ਬਹੁਤੇ ਆਦੀਵਾਸੀ ਜਿਹੜੇ ਹੈ ਤਕਰੀਬਨ 90% ਉਹ ਕ੍ਰਿਸਚੀਅਨ ਵੀ ਹੈਗੇ ਆ ਤੇ ਉਹ ਨਾਲ ਹੀ ਘੱਟ ਗਿਣਤੀਆਂ ਦਾ ਮਾਮਲਾ ਵੀ ਬਣ ਗਿਆ, ਨਾਲ ਹੀ ਉਹ ਆਦੀਵਾਸੀਆਂ ਦਾ ਮਾਮਲਾ ਬਣ ਗਿਆ। ਤੇ ਉਹ ਪੂਰੇ ਜਿਵੇਂ ਤੁਸੀਂ ਦੱਸਿਆ ਹੀ ਆ, ਜਲੰਧਰ ਦੇ ਵਿੱਚ ਵੱਡਾ ਪ੍ਰੋਟੈਸਟ ਹੋਇਆ ਕ੍ਰਿਸਚੀਅਨ ਵੱਲੋਂ, 18 ਸੈਕਟਰ 'ਚ ਚੰਡੀਗੜ੍ਹ 'ਚ ਕੱਲ੍ਹ ਹੀ ਪ੍ਰੋਟੈਸਟ ਹੋ ਕੇ ਹਟਿਆ। ਕਾਂਗਰਸ, ਯੂਥ ਕਾਂਗਰਸ ਸਾਰੇ ਉਸ ਗੱਲ ਨੂੰ ਰਲ ਕੇ ਲੱਗੇ ਹੋਏ ਆ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਧਰਤੀ ਨਾਲ ਜੁੜੇ ਹੋਏ ਲੋਕ ਆ, ਜਿਨ੍ਹਾਂ ਨੂੰ ਲਗਾਤਾਰ ਕਾਰਨਰ ਕਰਕੇ ਅਖਾੜਿਆ ਜਾਂਦਾ, ਉਹਨਾਂ ਨੂੰ ਵਿਸਥਾਪਿਤ ਜਿਹਨੂੰ ਕਹਿੰਦੇ ਕੀਤਾ ਜਾਂਦਾ, ਆਪਣੀਆਂ ਡਿਸਪਲੇਸ ਕਰਕੇ ਕਦੀ ਕਿਤੇ ਭੇਜਦਾ, ਕਿਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ, ਉਹ ਪਿੰਡਾਂ ਦੇ ਪਿੰਡ ਉਜਾੜਤੇ ਜਾਂਦੇ ਆ। ਉਸ ਨੂੰ ਰੋਕਣ ਦੀ ਇੱਕ ਨਵੀਂ ਥੱਲਿਓਂ ਜਨ ਸ਼ਕਤੀ ਪੈਦਾ ਹੋ ਰਹੀ। ਇਸੇ ਕਰਕੇ ਹੁਣ ਉਹਨਾਂ ਨੇ ਮੰਗ ਪਤਾ ਕੀ ਕੀਤੀ ਹੈ, ਉਹ ਕਹਿੰਦੇ ਆ ਇਹ ਜਿਹੜਾ ਮਣੀਪੁਰ ਵਾਲਾ ਐਪੀਸੋਡ ਹਾਈ ਕੋਰਟ ਜਿਹੜੀ ਆ ਮਣੀਪੁਰ ਦੀ ਨੇ ਦੇਣ ਉਹਦਾ ਆਪਣਾ ਫੈਸਲਾ ਦੇਣ ਤੋਂ ਬਾਅਦ ਕਿ ਮੈਤੀ ਨੂੰ ਤੁਸੀਂ ਸ਼ਡਿਊਲਡ ਕਾਸਟ ਸਟੇਟਸ ਦੇ ਦਿਓ, ਆਦੀਵਾਸੀਆਂ ਦਾ ਸਟੇਟਸ ਦੇ ਦਿਓ, ਇਹ ਤੇ ਕਿਤੇ ਇਮੀਡੀਏਟ ਕਾਰਨ, ਫੌਰੀ ਕਾਰਨ ਬਣਿਆ। ਉਹਦੇ ਪਿੱਛੇ ਵੀ ਕਹਿੰਦੇ ਕਿ ਸਾਡੇ ਨਾਲ ਤੇ ਧੱਕਾ ਕਰਦੇ ਆ, ਅਸੀਂ ਤੇ ਕਿੰਨਿਆਂ ਦਹਾਕਿਆਂ ਤੋਂ ਮੈਤੀ ਮੈਜੋਰਿਟੀ ਦੇ ਵਿਰੁੱਧ ਲੜ ਰਹੇ ਆ। ਉਹ ਕੀ ਕਹਿੰਦੇ ਆ ਕਿ ਸਾਡੇ ਪਿੰਡਾਂ ਦੇ ਉੱਤੇ ਬਲਡੋਜ਼ਰ ਚੜਾਤੇ ਜਾਂਦੇ, ਕਿਉਂ? ਇਹ ਤੇ ਜੀ ਜਿਹੜੀ ਫੋਰੈਸਟ ਲੈਂਡ ਆ, ਤੁਸੀਂ ਜਾ ਕੇ ਜ਼ਬਰਦਸਤੀ ਇਹਦੇ 'ਚ ਖੇਤੀ ਕਰ ਰਹੇ ਆ, ਤੁਸੀਂ ਇਹਨੂੰ ਬਿਨਾਂ ਆਪਣੇ ਨਾਂ 'ਤੇ ਲਵਾਇਆ, ਬਿਨਾਂ ਤੁਹਾਡੇ ਪੱਕੇ ਨਾਂ 'ਤੇ ਹੋਇਆ, ਤੁਸੀਂ ਭਾਵੇਂ 100 ਸਾਲ ਤੋਂ ਖੇਤੀ ਕਰ ਰਹੇ ਆ, 200 ਸਾਲ ਤੋਂ ਖੇਤੀ ਕਰ ਰਹੇ ਆ, ਇਹਦੇ 'ਚ ਇਹ ਤੁਹਾਡੀ ਖੇਤੀ ਇੱਥੇ ਨਹੀਂ ਹੋ ਸਕਦੀ, ਇੱਥੇ ਅਸੀਂ ਜੰਗਲ ਲਾਉਣੇ। ਉਹ ਕਹਿੰਦੇ ਸਾਨੂੰ ਉੱਥੋਂ ਭਜਾ ਦਿੱਤਾ ਜਾਂਦਾ। ਇਹੋ ਜਿਹੀ ਜਿਹੜੀ ਅੰਦਰੀ ਆਪਸੀ ਕਾਨਫਲਿਕਟ ਸੀਗੀ ਉਹ ਬੜੀ ਦੇਰ ਦਾ ਚੱਲ ਰਿਹਾ। ਹੁਣ ਉਹਨਾਂ ਨੇ ਕਿਹਾ ਕਿ ਦੇਖੋ ਇਹਨਾਂ ਨੇ ਜਿਹੜਾ ਹੱਦਬੰਦੀ ਦੁਬਾਰਾ ਕਰਨੀ ਸੀ ਵੋਟਾਂ ਦੀ, ਜਿਹੜੇ ਆਦੀਵਾਸੀ ਉਹਨਾਂ ਦੀ ਗਿਣਤੀ ਜ਼ਿਆਦਾ ਆ, ਉਸ ਨੂੰ ਸਰਕਾਰ ਨੇ, ਮਣੀਪੁਰ ਦੀ ਸਰਕਾਰ ਨੇ ਸਸਪੈਂਡ ਕਰਤਾ ਉਸ ਸਾਰੇ ਨੂੰ
ਕਿਉਂਕਿ ਇਹਨਾਂ ਦੀਆਂ ਸੀਟਾਂ ਵਧਣੀਆਂ ਆ। ਜੀ। ਕਹਿੰਦੇ ਸਾਡੇ ਨਾਲ ਤੇ ਧੱਕਾ ਹੈ ਹੀ ਆ। ਇਸ ਤਰੀਕੇ ਨਾਲ ਜਿਹੜਾ ਪਿੰਡਾਂ ਦਾ ਤੁਹਾਨੂੰ ਦੱਸੇ ਦਿੱਤਾ ਮੈਂ, ਇਸੇ ਕਰਕੇ ਜਿਸ ਵੀ ਸੂਬੇ ਦੇ ਵਿੱਚ ਆਦੀਵਾਸੀ ਹੈ ਉਹ ਸਾਰੀਆਂ ਸਰਕਾਰਾਂ ਵੀ ਮਜਬੂਰ ਹੋਈਆਂ ਮਣੀਪੁਰ ਦੇ ਹੱਕ 'ਚ ਨਿੱਤਰਨ ਲਈ। ਝਾਰਖੰਡ ਆ ਵੱਡੀ ਗਿਣਤੀ ਵਿੱਚ, ਰਾਓ ਮੁੰਡਾ ਹੋ ਇਹੋ ਜਿਹੇ ਉੱਥੇ ਟਰਾਈਬਸ ਹੈਗੇ ਆ। ਮੈਂ ਕਾਫੀ ਸਟੱਡੀ ਉੱਥੇ ਕੀਤੀ ਹੈ ਆਪਣੀ ਐਮਫਿਲ ਦੇ ਵਿੱਚ, ਤੇ ਉਹ ਸਾਰੇ ਖੜੀਆ ਇਹ ਸਾਰੇ ਜਿਹੜੇ ਉੱਥੋਂ ਦੇ ਟਰਾਈਬ ਆ ਆਦੀਵਾਸੀ ਬੈਲਟ ਆ ਉਹ ਮਿਨਰਲ ਤੌਰ ਤੇ ਬਹੁਤ ਰਿਚ ਆ, ਤੇ ਉਹਨਾਂ ਨੂੰ ਲਗਾਤਾਰ ਖਦੇੜਿਆ ਗਿਆ ਆਪਣੇ ਏਰੀਏ 'ਚੋਂ, ਪਿੰਡਾਂ 'ਚੋਂ, ਜੰਗਲਾਂ ਤੋਂ, ਤੇ ਉੱਥੇ ਵੱਡੀ ਲੜਾਈ ਦਿੱਤੀ ਗਈ ਆਦੀਵਾਸੀਆਂ ਵੱਲੋਂ ਜਲ, ਜ਼ਮੀਨ ਤੇ ਜੰਗਲ, ਇਹ ਤਿੰਨਾਂ ਲਈ। ਜੰਗਲ ਦੇ ਵਿੱਚ ਰਹੇ ਹਾਂ ਅਸੀਂ, ਇੱਥੇ ਦਾ ਪਾਣੀ ਪੀਤਾ ਤੇ ਇਸੇ ਜ਼ਮੀਨ ਤੇ ਰਹੇ ਅਸੀਂ ਤੇ ਧਰਤੀ ਪੁੱਤਰ ਹਾਂ, ਤੁਸੀਂ ਸਾਨੂੰ ਹੀ ਸਾਡੀ ਧਰਤੀ ਤੋਂ ਉਖਾੜ ਕੇ ਪਰਾਂ ਸੁੱਟ ਦਿੰਦੇ, ਕਾਰਪੋਰੇਟ ਲਿਆ ਕੇ ਵੱਡੀਆਂ ਫੈਕਟਰੀਆਂ, ਵੱਡੀਆਂ ਮਾਈਨਿੰਗ ਹੋ ਰਹੀਆਂ। ਇਹ ਸਾਰਾ ਮੁੱਦਾ ਇਸੇ ਕਰਕੇ ਝਾਰਖੰਡ ਦੇ ਵਿੱਚ ਜਿਹੜੇ ਆਦੀਵਾਸੀ ਆ ਉਹ ਹੱਕ 'ਚ ਡਟ ਕੇ ਨਿੱਤਰ ਆਏ ਆ। ਛੱਤੀਸਗੜ੍ਹ ਦੇ ਆਦੀਵਾਸੀ, ਉੱਥੇ ਤੇ ਕਾਂਗਰਸ ਦੀ ਆਪਣੀ ਸਰਕਾਰ ਵੀ ਆ, ਉਹਨਾਂ ਨੇ ਵੀ ਵੱਡੇ ਪ੍ਰੋਟੈਸਟ ਉਹਨਾਂ ਦੇ ਹੱਕ ਵਿੱਚ ਕੀਤੇ ਆ। ਮਮਤਾ ਬੈਨਰਜੀ ਨੇ ਵੀ ਲਲਕਾਰ ਕੇ ਕਿਹਾ ਕਿ ਤੁਸੀਂ ਇਕੱਲੇ ਨਾ ਸਮਝਿਓ, ਅਸੀਂ ਤੁਹਾਡੇ ਨਾਲ ਖੜੇ ਹਾਂ, ਜੋ ਵੀ ਸਾਡੇ ਕੋਲ ਤੁਹਾਡੀ ਹਰ ਕਿਸਮ ਦੀ ਮਦਦ ਹੋਈ ਉਹ ਅਸੀਂ ਮਣੀਪੁਰ ਦੇ ਆਦੀਵਾਸੀਆਂ ਦੀ ਜਾਂ ਜਿਹੜੇ ਵੀ ਦੂਸਰੇ ਵੀ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਕੋਈ ਉਹਦੇ 'ਚ ਸਾਡੇ ਵੱਲੋਂ ਕੋਈ ਇਹੋ ਜਿਹਾ ਵਿਤਕਰਾ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਜ਼ਿਆਦਾ ਪੀੜਤ ਉੱਥੇ ਇਸ ਵੇਲੇ ਆਦੀਵਾਸੀ ਆ ਜਿਹੜੇ ਕ੍ਰਿਸਚੀਅਨ ਘੱਟ ਗਿਣਤੀ ਨੂੰ ਵੀ ਬਿਲੋਂਗ ਕਰਦੇ ਆ, ਤਾਂ ਕੁਦਰਤੀ ਆ ਬਹੁਤਿਆਂ ਦੀ ਸਟੇਕ ਉਸ ਪਾਸੇ ਹੋਊਗੀ। ਪੋਲੀਟੀਕਲ ਲੋਕ ਇਸ ਤਰ੍ਹਾਂ ਸਾਫ਼ ਨਹੀਂ ਗੱਲ ਕਰਨਗੇ ਕਿ ਉਹਨਾਂ ਨੂੰ ਸਾਰਿਆਂ ਦੀਆਂ ਵੋਟਾਂ ਚਾਹੀਦੀਆਂ, ਪਰ ਮੈਂ ਉਸ ਨੂੰ ਬੜਾ ਨਿਖਾਰ ਕੇ ਦੇਖ ਰਿਹਾ। ਇਸ ਵੇਲੇ ਮਣੀਪੁਰ ਦੇ ਵਿੱਚ ਇਹ ਮੰਗ ਤਿੰਨ ਚੀਜ਼ਾਂ ਦੀ ਹੋ ਗਈ ਆ। ਇੱਕ ਤੇ ਨਾਗਾ ਯੂਨੀਅਨ ਟੈਰੀਟਰੀ, ਜਿੱਥੇ 10 MLA ਨਾਗਾ ਹੈਗੇ ਆ, ਉਹਨਾਂ ਦੀ ਬਣਾ ਦਿਓ। ਕੁੱਕੀ ਜ਼ੋਮੀ ਕਹਿੰਦੇ ਆ ਕਿ 10 MLA ਸਾਡੇ ਕੋਲ ਹੈਗੇ ਆ। ਇਹ ਇੱਕ ਬੀਜੇਪੀ ਦੇ MLA ਨੇ ਮੰਗ ਕੀਤੀ ਹੈ ਬਿਲਕੁਲ ਕਿ 3 ਯੂਨੀਅਨ ਟੈਰੀਟਰੀ ਬਣਾ ਦਿਓ, ਇੱਕ ਮੈਤੀ ਜਿੱਥੇ ਮੈਜੋਰਿਟੀ 'ਚ ਉਹਨਾਂ ਦੀ ਬਣਾ ਦਿਓ, ਇੱਕ ਕੁੱਕੀ ਜ਼ੋਮੀ ਦੀ ਬਣਾ ਦਿਓ ਯੂਨੀਅਨ ਟੈਰੀਟਰੀ, ਔਰ ਮਣੀਪੁਰ ਨੂੰ ਅਲੱਗ ਜੰਮੂ ਕਸ਼ਮੀਰ ਵਾਂਗੂ ਕਰ ਦਿਓ, ਔਰ ਇੱਕ ਬਣਾ ਦਿਓ ਜਿੱਥੇ ਨਾਗਾ ਮੈਜੋਰਿਟੀ ਹੈਗੇ ਆ। ਹਾਲਾਂਕਿ ਚਲੋ ਇਹਦੇ 'ਚ ਪ੍ਰੈਕਟੀਕਲ ਇੰਪਲੀਕੇਸ਼ਨ ਹੋਣਗੀਆਂ ਜਿਹੜੀਆਂ ਉੱਧਰ ਪਾਪੂਲੇਸ਼ਨ ਇੱਕ ਦੂਜੇ ਵੱਲ ਰਹਿੰਦੀ ਆ, ਪਰ ਮੈਨੂੰ ਲੱਗਦਾ ਕਿ ਉਹ ਐਡਜਸਟ ਕੀਤਾ ਜਾ ਸਕਦਾ। ਉਹਨਾਂ ਨੂੰ ਜਦ ਤੱਕ ਇਹੋ ਜਿਹੀ ਆਟੋਨਮੀ ਦੇ ਕੇ ਇਨਸੂਲੇਸ਼ਨ ਨਹੀਂ ਕੀਤੀ ਜਾਂਦੀ, ਜਿਹੜੀ ਮੈਜੋਰਿਟੀ ਆ ਉਹ ਘੱਟ ਗਿਣਤੀ ਨੂੰ ਦਬਾਉਂਦੀ ਰਹੂਗੀ। ਇਸ ਲਈ ਮੈਨੂੰ ਜਿੱਥੇ ਇਸ ਗੱਲ ਦੀ ਖੁਸ਼ੀ ਆ ਗੁਰਦੀਪ ਕਿ ਇਹ ਪਹਿਲੀ ਵਾਰੀ ਮਾਰਜਨ ਦੇ ਉੱਤੋਂ ਜਿਹੜੇ ਲੋਕ ਹਾਸ਼ੀਆਗਤ ਆ ਉਹ ਸੈਂਟਰ 'ਚ ਆਏ ਆ, ਪਾਰਲੀਮੈਂਟ 'ਚ ਡਿਸਕਸ ਹੋ ਰਿਹਾ, ਰੋਜ਼ ਪਾਰਲੀਮੈਂਟ ਬੰਦ ਆ, ਅੱਜ ਵੀ ਪਾਰਲੀਮੈਂਟ ਬੰਦ ਆ, ਬਾਰ-ਬਾਰ ਉਸ ਨੂੰ ਕੀਤਾ ਜਾ ਰਿਹਾ। ਹਾਲਾਂਕਿ ਧੱਕੇ ਨਾਲ ਕਈ ਬਿੱਲ ਪਾਸ ਕੀਤੇ ਜਾ ਰਹੇ ਆ, ਪਰ ਪਾਰਲੀਮੈਂਟ ਮਣੀਪੁਰ ਦੇ ਇਸ਼ੂ ਕਰਕੇ ਨਹੀਂ ਚੱਲਣ ਦਿੱਤੀ ਜਾ ਰਹੀ। ਔਰ ਇਹ 21 ਮੈਂਬਰ ਉੱਥੋਂ ਜਾ ਕੇ ਆ ਗਏ ਆ, ਗਵਰਨਰ ਨੂੰ ਮਿਲੇ ਆ, ਗਵਰਨਰ ਨੇ ਸਾਰੀਆਂ ਗੱਲਾਂ ਸੁਣੀਆਂ। ਉਹਨਾਂ ਨੇ ਵੀ ਇਹੀ ਕਿਹਾ ਕਿ ਜੇ ਅਸੀਂ ਇਸ ਮਸਲੇ ਨੂੰ ਲੋਕਾਂ ਨੂੰ ਉੱਥੇ ਸ਼ਾਂਤੀ ਲਿਆਉਣ ਦੇ ਵਿੱਚ ਜਲਦੀ ਕੋਈ ਉਪਰਾਲੇ ਨਾ ਕੀਤੇ, ਕੋਈ ਪਹਿਲ ਕਦਮੀ ਨਾ ਕੀਤੀ, ਤਾਂ ਹੋ ਸਕਦਾ, ਇਹ ਉਹਨਾਂ ਦੇ ਜਿਹੜੇ MP ਗਏ ਉਹਨਾਂ ਦਾ ਕਹਿਣਾ ਕਿ ਹੋ ਸਕਦਾ ਇਹ ਇੱਕ ਗਲੋਬਲ ਫਲੈਸ਼ ਪੁਆਇੰਟ ਨਾਰਥ ਈਸਟ ਬਣ ਜੇ, ਜੋ ਕਿ ਮੈਂ ਤੇ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਇਹ ਗੱਲ ਨੂੰ ਕਿ ਮੈਨੂੰ ਪਤਾ ਧਰਾਤਲ ਦੀ ਜਿਹੜੀ ਜ਼ਮੀਨ ਹੈ ਉਹ ਪਹਿਲਾਂ ਹੀ ਬਾਗੀ ਹੈ, ਸਾਡੇ ਤੋਂ ਬਹੁਤ ਦੇਰ ਤੱਕ ਬਾਗੀ ਰਹੇ, ਬੜੀ ਮੁਸ਼ਕਿਲ ਨਾਲ ਗੰਢ ਧੁੱਪ ਕਰਕੇ ਲਾਲ ਡੇਂਗਾ ਨੂੰ ਤੇ ਇਹਨਾਂ ਨੂੰ NSCN ਆਈਜ਼ੈਕ ਮੂਈਵਾ ਨਾਗਾਲੈਂਡ ਦੇ ਜਿਹੜੇ ਉਹਨਾਂ ਨੂੰ ਬੜਾ ਮੁਸ਼ਕਿਲ ਨਾਲ ਠਹਿਰਾਓ ਜਿਹਾ ਕੀਤਾ, ਤੇ ਉਹ ਹੁਣ ਚੋਣਾਂ 'ਚ ਸ਼ਾਮਲ ਹੋਣ ਲੱਗੇ ਸੀਗੇ, ਤੇ ਉਹ ਦੁਬਾਰਾ ਉਹੀ ਤੇਵਰ ਉਹਨਾਂ ਦੇ ਜਾਗ ਜਾਣਗੇ। ਇਸ ਲਈ ਇਹ ਬੜਾ ਅਹਿਮ ਰਾਜਨੀਤਿਕ ਮੁੱਦਾ ਮੈਨੂੰ ਤੇ ਲੱਗਦਾ 2024 'ਚ ਬਣ ਕੇ ਚੋਣਾਂ ਲਈ ਇਹ ਵੱਡਾ ਮੁੱਦਾ ਸੈਂਟਰਲ ਬਣ ਕੇ ਉੱਭਰ ਤੇ ਗਿਆ, ਇਹ ਬਣਿਆ ਰਹੂਗਾ। ਪ੍ਰੋਫੈਸਰ ਸਾਹਿਬ, ਇਸ ਤੋਂ ਇਲਾਵਾ ਆਪਾਂ ਦੇਖੀਏ ਕਿ ਜਿਹੜੀ ਸਰਕਾਰ ਆ ਆਪਣੀਆਂ ਹੋਰ ਗੱਲਾਂ ਕਰਨ ਨਾਲ ਕਈ ਵਾਰ ਲੋਕਾਂ ਨੂੰ ਲੜਾਉਂਦੀ ਰਹਿੰਦੀ ਹੈ, ਤੇ ਇਸ ਤੋਂ ਇਲਾਵਾ ਉਹਨਾਂ ਜਿਹੜੇ ਆਪਣੇ ਏਜੰਡੇ ਨੇ, ਖੁਦ ਪਾਰਟੀ ਵਾਲੇ ਏਜੰਡੇ, ਦੇਸ਼ ਦੇ ਏਜੰਡਿਆਂ ਤੋਂ ਵੱਖ ਜਿਹੜੇ ਏਜੰਡੇ ਨੇ, ਉਹਨਾਂ ਦੇ ਲਈ ਕਈ ਚੀਜ਼ਾਂ ਭੁੱਲ ਜਾਂਦੀ ਹੈ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖੀ ਹੈ, ਇੱਕ ਰਿਪੋਰਟ ਆ ਰਹੀ ਹੈ ਕਿ ਆਪਣੇ ਦੇਸ਼ 'ਚ 13 ਲੱਖ ਜਿਹੜੀਆਂ ਕੁੜੀਆਂ ਤੇ ਔਰਤਾਂ ਨੇ ਜਿਹੜੀਆਂ ਹੁਣ ਤੱਕ ਅਗਵਾ ਹੋ ਚੁੱਕੀਆਂ ਨੇ, ਪਤਾ ਨਹੀਂ ਕਿੱਥੇ ਨੇ ਉਹਨਾਂ ਦੀਆਂ ਜਿਹੜੀਆਂ ਸਭ ਤੋਂ ਸਟੇਟਾਂ ਦੀ ਲਿਸਟ ਵੀ ਦਿੱਤੀ ਹੈ। ਪਰ ਸਭ ਇਹਦੇ ਪਿੱਛੇ ਕੀ ਕਾਰਨ ਹੈ? ਨਾ ਹੁਣ ਤੱਕ ਨਹੀਂ, ਇਹ ਨਾ ਸਰਵੇ ਆਇਆ, ਅੱਗੇ ਥੋੜ੍ਹਾ ਜਿਹਾ ਪਾਰਸ਼ਲ ਆਇਆ ਸੀ, ਅੱਜ ਉਹਦੀ ਟੋਟਲ ਖਬਰ ਆਈ ਹੈ। ਉਹ ਇਹ ਹੈ ਕਿ ਰਿਪੋਰਟ ਮੇਰਾ ਖਿਆਲ ਪਾਰਲੀਮੈਂਟ 'ਚ ਪੇਸ਼ ਕੀਤੀ ਗਈ ਹੈ, ਜਿਹਦੇ ਮੁਤਾਬਕ ਪਿਛਲੇ 3 ਸਾਲਾਂ ਦਾ 2019 ਤੋਂ 2021 ਤੱਕ ਜਿਹੜੇ ਆ ਨਾ 19, 20, 21 ਇਹ ਤਿੰਨਾਂ ਦਾ ਡੇਟਾ ਇਹ ਆਇਆ ਕਿ 13.13 ਲੱਖ ਔਰਤਾਂ ਲਾਪਤਾ, ਇਹ ਜਿਹੜੀਆਂ ਰਿਪੋਰਟਾਂ ਥਾਣਿਆਂ 'ਚ ਹੋਰ ਸਾਰੀਆਂ ਕੰਪਾਈਲਡ ਹੋਈਆਂ।
ਔਰ ਉਹਦੇ 'ਚ ਦੁੱਖ ਦੀ ਗੱਲ ਇਹ ਹੈ ਕਿ ਤਕਰੀਬਨ ਚੌਥਾ ਹਿੱਸਾ 18 ਸਾਲ ਤੋਂ ਛੋਟੀਆਂ ਆ ਜੀ। ਇਸੇ ਤਰੀਕੇ ਨਾਲ ਇੱਕ ਖਬਰ ਹੋਰ ਆਈ ਸੀ, ਜੇ ਇਹਨੂੰ ਉਹਦੇ ਨਾਲ ਜੋੜ ਕੇ ਦੇਖੋਗੇ ਜੀ। ਉਹ ਖਬਰ ਇਹ ਹੈ ਕਿ ਇੰਡੀਆ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਬਲੂ ਫਿਲਮਾਂ ਬਣਾ ਕੇ ਬੜਾ ਵੱਡਾ ਇੱਕ ਕਮਰਸ ਜਾਣੀ ਇਹਦਾ ਟ੍ਰੇਡ ਜਿਹੜਾ ਹੋ ਰਿਹਾ, ਬਿਜ਼ਨਸ ਹੋ ਰਿਹਾ। ਔਰ ਮੈਨੂੰ ਜੇ ਦੋਵਾਂ ਗੱਲਾਂ ਨੂੰ ਖਬਰ ਨੂੰ ਜੋੜ ਕੇ ਦੇਖੋ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਇਹੋ ਜਿਹੀਆਂ ਬੱਚੀਆਂ ਆ ਸਾਡੀਆਂ ਜਾਂ ਇਹੋ ਜਿਹੀਆਂ ਹੋਰ ਵੀ ਔਰਤਾਂ ਆ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਲਾਚਾਰ ਆ, ਕੋਈ ਉਹਨਾਂ ਦੀ ਸਟੇਕ ਨਹੀਂ ਹੈਗੀ, ਸਮਾਜ ਉਹਨਾਂ ਨੂੰ ਕੇਅਰ ਨਹੀਂ ਕਰਦਾ, ਸਰਕਾਰਾਂ ਨੇ ਤੇ ਕੀ ਕਰਨੀ ਆ, ਬਿਲਕੁਲ ਨਹੀਂ ਕਰਦੀਆਂ, ਉਹ ਫਿਰ ਇਹੋ ਜਿਹੇ ਕਿਤੇ ਸਕੰਜੇ 'ਚ ਆ ਕੇ ਕਿਸੇ ਦੇ ਫੰਦੇ 'ਚ ਆ ਕੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਅਦਾਲ ਕੇ ਕੁਛ ਹਿੱਸਾ, ਜੇ ਸਾਰਾ ਨਹੀਂ ਤੇ ਕੁਛ ਹਿੱਸਾ ਤੇ ਇਸ ਕੰਮ 'ਚ ਪਾਇਆ ਜਾ ਸਕਦਾ ਹੋ ਸਕਦਾ ਆ। ਔਰ ਇਹ ਬੜੀ ਅਫਸੋਸ ਦੀ ਗੱਲ ਆ, ਬੜੀ ਚੌਂਕਾ ਦੇਣ ਵਾਲੀ ਖਬਰ ਹੈ ਕਿ ਏਡੀ ਵੱਡੀ ਗਿਣਤੀ 13.13 ਲੱਖ ਥੋੜੀਆਂ ਨਹੀਂ ਹੁੰਦੀਆਂ ਹੈ, ਉਹ ਵੀ 3 ਸਾਲਾਂ ਦੇ ਅੰਦਰ ਅੰਦਰ। ਇਹਦੇ ਬਾਰੇ ਤੇ ਸਰਕਾਰ ਹੀ ਕੁਛ ਨਾ ਕੁਛ ਉਹਨਾਂ ਨੂੰ ਹੱਲ ਕੱਢਣਾ ਚਾਹੀਦਾ। ਸਾਡੇ ਦੇਸ਼ ਦੇ ਵਿੱਚ ਇਹ ਗੱਲ ਵੈਸੇ ਹੈਗੀ ਤੇ ਬੜੀ ਦੁਖਦਾਈ ਕਿ ਭਾਵੇਂ ਉਹ ਦਲਿਤ ਸਮੁਦਾਇ ਆ, ਭਾਵੇਂ ਆਦੀਵਾਸੀ ਆ, ਭਾਵੇਂ ਘੱਟ ਗਿਣਤੀਆਂ ਤੇ ਭਾਵੇਂ ਉਹ ਔਰਤ ਆ, ਜਿਹਦੇ ਹੱਕ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਕਿੰਨਾ ਕੁਝ ਲਿਖਿਆ, ਕਿੰਨਾ ਕੁਝ ਬੋਲਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਿੰਨਾ ਕੁਝ ਦਰਜ ਹੈਗਾ, ਉਹਦੇ ਬਾਵਜੂਦ ਵੀ ਪੰਜਾਬ ਵੀ ਹੈ, ਪੰਜਾਬ 'ਚ ਉਹਨਾਂ ਨਹੀਂ ਹੈਗਾ, ਚੰਡੀਗੜ੍ਹ 'ਚ ਦੀਆਂ ਵੀ ਖਬਰ ਆਈ ਸੀ ਵੀ ਕਿੰਨੀਆਂ ਕੁੜੀਆਂ ਇਸ ਤਰੀਕੇ ਨਾਲ ਚੰਡੀਗੜ੍ਹ 'ਚੋਂ ਗਈਆਂ, ਸਾਰੇ ਦੇਸ਼ 'ਚੋਂ ਗਈਆਂ। ਇਹ ਜੰਮੂ ਕਸ਼ਮੀਰ ਦਾ, ਹਿਮਾਚਲ ਦਾ, ਕੱਲੀ ਸਟੇਟ ਵਾਈਜ਼ ਵੀ ਇਹ ਡੇਟਾ ਹੈਗਾ ਤੇ ਇਹ ਸਾਰੀ ਜਗ੍ਹਾ ਹੋ ਰਿਹਾ। ਅਫਸੋਸ ਇਹ ਹੈ ਕਿ ਇਹ ਅਜੇ ਵੀ ਅਸੀਂ ਔਰਤ ਨੂੰ ਇੱਕ ਬਰਾਬਰ ਦਾ ਸ਼ਹਿਰੀ ਜਿਹੜੀ ਕਿ ਆਪਣੀ ਸਵੈਮਾਨ ਨਾਲ ਇੱਜ਼ਤ ਨਾਲ ਜੀਵਨ ਕਿਸੇ ਵੀ ਹੋਰ ਸ਼ਹਿਰੀ ਵਾਂਗੂ ਜੀ ਸਕੇ ਉਹ ਨਹੀਂ ਦੇ ਪਾਏ। ਅੱਜ ਵੀ ਸਾਨੂੰ ਇਹੋ ਜਿਹੀਆਂ ਖਬਰਾਂ ਜਿਹੜੀਆਂ ਬੜੀਆਂ ਦੁਖਦਾਈ ਤੇ ਬੜੀਆਂ ਨਿਰਾਸ਼ਾਜਨਕ ਖਬਰਾਂ ਉਹ ਸੁਣਨੀਆਂ ਪੈ ਰਹੀਆਂ ਜੀ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਆਉਣ ਲਈ, ਤੇ ਇਸੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ। ਜਦ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।